ਕਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਵੈ ਛੰਦ ਆਇਓ ਜਬ ਬੂਝਿਓ ਸ਼੍ਰੀ ਨਾਨਕ ਕਹਿ ਲੋ ਜਾਏ ਪੁਚਾਇਓ। ਮੁਰ ਟਿਗ ਤੇ ਦੁਰ ਦਿਸਿਓ ਨਾਈ ਹੀਰਤ ਅਚਰਜ ਆਇਓ। ਕਹਿ ਕਰ ਬੈਸ ਗਿਓ ਮਰਦਾਨਾ ਬੂਝਨ ਲਗਾ ਦਿਆਲਾ। ਹੋਤੋ ਕੌਣ ਏ ਮਾਨਵ ਸੁਆਮੀ ਜਾਏ ਸੋ ਪਾਏ ਰਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਆਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਨਾਥ ਨਾਥ ਜਗਤ ਗੁਰੂ ਮਿਹਰਬਾਨ ਜਗਤ ਸਾਈਂ। ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਕਰ ਸਫਲ ਉਡੰਦਾ ਜਾਵਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਇਹ ਸਮਾਂ ਜਿਹੜਾ ਸਤਿਗੁਰਾਂ ਦੀ ਸੰਗਤ ਵਿੱਚ ਬੀਤਣਾ ਸਫਲ ਹੈ। ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਲੜੀਵਾਰ ਕਥਾ ਜੋ ਕਿ ਵਾਹਾਂ ਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਲਿਖੀ ਹੈ। ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਭਾਵਨਾ ਸਹਿਤ ਇਹ ਕਥਾ ਸਰਵਣ ਕਰ ਰਹੇ। ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦਾ ਬਚਨ ਪਾਲਦਿਆਂ ਗੁਰਦੇਵ ਹੁਕਮ ਦੀ ਪਾਲਣਾ ਕਰਦਿਆਂ ਭਾਈ ਫਰੰਦੇ ਨੂੰ ਜਾ ਕੇ ਮਿਲੇ ਨੇ। ਰਬਾਬ ਲਈ ਹੈ ਤੇ ਭਾਈ ਫਰੰਦਾ ਜੀ ਦੇ ਸਮੇਤ ਸਤਿਗੁਰਾਂ ਦੇ ਚਰਨਾਂ 'ਚ ਆਏ ਹਨ। ਗੁਰਦੇਵ ਦੇ ਦਰਸ਼ਨ ਕੀਤੇ। ਭਾਈ ਫਰੰਦੇ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਰਬਾਬ ਭੇਟ ਕੀਤੀ। ਵਿਦਾ ਹੋਏ ਤੇ ਭਾਈ ਮਰਦਾਨਾ ਜੀ ਉਹਨਾਂ ਨੂੰ ਅੱਗੇ ਤੱਕ ਵਿਦਾ ਕਰਨ ਲਈ ਗਏ। ਕੀ ਵੇਖਦੇ ਆ ਭਾਈ ਮਰਦਾਨਾ ਜੀ ਦੇ ਵੇਖਦਿਆਂ ਵੇਖਦਿਆਂ ਭਾਈ ਫਰੰਦਾ ਜੀ ਅਲੋਪ ਹੋ ਗਏ ਨੇ, ਅੰਤਰ ਧਿਆਨ ਹੋ ਗਏ ਨੇ। ਬੜੀ ਹੈਰਾਨੀ ਹੋਈ ਕਿ ਇਹ ਅਚਾਨਕ ਕਿੱਥੇ ਚਲਾ ਗਿਆ। ਅੱਖਾਂ ਮਲ ਕੇ ਵੇਖਦੇ ਆ ਕਿਤੇ ਮੇਰੀਆਂ ਅੱਖਾਂ ਦੀ ਰੋਸ਼ਨੀ ਤਾਂ ਨਹੀਂ ਚਲੀ ਗਈ, ਕਿੱਥੇ ਚਲਾ ਗਿਆ। ਬੜੀ ਹੈਰਾਨੀ ਤੇ ਵਿਸਮਾਦ ਨਾਲ ਭਾਈ ਮਰਦਾਨਾ ਜੀ ਵਾਪਸ ਆਏ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਕੇ ਗੁਰਦੇਵ ਕੋਲ ਬੈਠ ਗਏ ਨੇ। ਸਤਿਗੁਰਾਂ ਨਾਲ ਬਚਨ ਬਿਲਾਸ ਹੋ ਰਹੇ ਨੇ। ਦਵਈਆ ਛੰਦ ਵਿੱਚ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਇਹ ਕਥਾ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਸਵਰੂਪ ਨੂੰ ਆਪਣੇ ਹਿਰਦੇ 'ਚ ਵਸਾਈਏ। ਕਥਾ ਸਰਵਣ ਕਰਦਿਆਂ ਗੁਰਦੇਵ ਦੇ ਸੋਹਣੇ ਸਵਰੂਪ ਨੂੰ ਸਾਡੇ ਹਿਰਦੇ ਵਿੱਚ, ਸਾਡੀ ਸਿਮਰਤੀ ਵਿੱਚ, ਸਾਡੀ ਆਪਣੀ ਅਨੁਭਵੀ ਬਿਰਤੀ ਦੇ ਮੁਤਾਬਕ ਉੱਦਾਂ ਦਾ ਸਰੂਪ ਸਾਨੂੰ ਨਜ਼ਰ ਆਉਂਦਾ ਹੈ। ਆਓ ਗੁਰਦੇਵ ਦਾ ਸੋਹਣਾ ਮੂਰਤ, ਸੋਹਣਾ ਸਵਰੂਪ ਆਪਣੇ ਹਿਰਦੇ 'ਚ ਵਸਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਆਇਆ ਛੰਦ ਆਇਓ ਜਬ ਬੂਝਿਓ ਸ਼੍ਰੀ ਨਾਨਕ ਕਹਿ ਲੋ ਜਾਏ ਪੁਚਾਇਓ। ਜਦੋਂ ਭਾਈ ਮਰਦਾਨਾ ਜੀ ਭਾਈ ਫਰੰਦੇ ਨੂੰ ਵਿਦਾ ਕਰਕੇ ਆਏ ਤੇ ਸਤਿਗੁਰੂ ਜੀ ਪੁੱਛਦੇ, ਹਾਂ ਭਾਈ ਮਰਦਾਨਾ ਜੀ, ਭਾਈ ਫਰੰਦੇ ਨੂੰ ਕਿੱਥੇ ਤੱਕ ਛੱਡ ਕੇ ਆਏ ਹੋ, ਕਿੱਥੇ ਤੱਕ ਵਿਦਾ ਕਰਕੇ ਆਏ ਹੋ? ਮੁਰ ਟਿਗ ਤੇ ਦੁਰ ਦਿਸਿਓ ਨਾਈ ਹੀਰਤ ਅਚਰਜ ਆਇਓ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਵਿਦਾ ਕੀ ਕਰਨ ਜਾਣਾ ਸੀ, ਉਹ ਤਾਂ ਮੇਰੇ ਵੇਖਦਿਆਂ ਵੇਖਦਿਆਂ ਲੋਪ ਹੋ ਗਏ, ਛੁਪ ਗਏ, ਪਤਾ ਨਹੀਂ ਕਿੱਧਰ ਚਲੇ ਗਏ। ਮਹਾਰਾਜ ਮੈਂ ਤਾਂ ਬੜੀ ਹੈਰਾਨੀ ਨਾਲ, ਵਿਸਮਾਦ ਨਾਲ ਵਾਪਸ ਚੱਲ ਕੇ ਆਇਆ ਤੇ ਹੈਰਾਨ ਹੋ ਰਿਹਾ ਕਿ ਉਹ ਮੇਰੇ ਪਾਸੋਂ ਕਿੱਥੇ ਚਲੇ ਗਏ, ਵੇਖਦਿਆਂ ਵੇਖਦਿਆਂ ਕਿੱਥੇ ਅਲੋਪ ਹੋ ਗਏ। ਕਹਿ ਤਰ ਬੈਸ ਗਿਓ ਮਰਦਾਨਾ। ਇਹ ਕਹਿ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਗਏ। ਬੂਜਨ ਲਗਾ ਦਿਆਲਾ। ਔਰ ਦਿਆਲੂ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ, ਭਾਈ ਮਰਦਾਨਾ ਜੀ ਹੁਤੋ ਕੌਣ ਏ ਮਾਨਵ ਸੁਆਮੀ। ਮਹਾਰਾਜ ਹੇ ਸੁਆਮੀ ਜੀ, ਕਿਰਪਾ ਕਰਕੇ ਇੰਨਾ ਤਾਂ ਦੱਸੋ ਵੀ ਇਹ ਬੰਦਾ ਕੌਣ ਸੀ ਜਿਹੜਾ ਮੇਰੇ ਨਾਲ ਆਇਆ, ਰਬਾਬ ਲੈ ਕੇ ਤੁਹਾਡੇ ਚਰਨਾਂ 'ਚ ਪਹੁੰਚਿਆ ਤੇ ਹੁਣ ਵਾਪਸ ਗਿਆ। ਵੇਖਦਿਆਂ ਆਪਣੇ ਆਪ ਹੀ ਅੰਤਰ ਧਿਆਨ ਹੋ ਗਿਆ। ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਭਲਾ ਇਹ ਬੰਦਾ ਕੌਣ ਸੀ। ਜਾਏ ਸੁਭਾਏ ਰਸਾਲਾ। ਇਹਦਾ ਸੁਭਾਅ ਬੜਾ ਰਸਾਲਾ, ਰਸਾਲਾ ਕਹਿੰਦੇ ਮਿੱਠਾ ਸੁਭਾਅ ਸੀ। ਮਹਾਰਾਜ ਬੜੇ ਪਿਆਰ ਨਾਲ, ਰਸ ਨਾਲ ਗੱਲ ਕਰਦੇ ਸਨ। ਅਪਰ ਨਰਨ ਸੀਆਂ ਕੀ ਗਤ ਨਹਿ। ਆਮ ਸਧਾਰਨ ਬੰਦਿਆਂ ਵਰਗੀ ਇਹਦੀ ਗਤ ਨਹੀਂ ਸੀ। ਜਿਵੇਂ ਆਮ ਸਧਾਰਨ ਲੋਕ ਹੁੰਦੇ ਐ, ਉਹਨਾਂ ਵਰਗਾ ਨਹੀਂ ਸੀ ਉਹ ਜਾਪਦਾ, ਕੋਈ ਅਲੌਕਿਕ ਮਨੁੱਖ ਜਾਪਦਾ ਸੀ। ਦਿਵਿਆ ਸਰੂਪ ਸੀ, ਚਿਹਰੇ ਤੇ ਪ੍ਰਕਾਸ਼ ਸੀ। ਮਹਾਰਾਜ ਜੀ ਆਮ ਬੰਦਿਆਂ ਵਰਗਾ ਬੰਦਾ ਨਹੀਂ ਸੀ ਲੱਗਦਾ। ਰੁਚਰ ਰੂਪ ਦੁਤੀਵਾਨਾ। ਮਹਾਰਾਜ ਜੀ ਬੜਾ ਸੋਹਣਾ ਰੁਚਰ ਸਵਰੂਪ ਹੈ ਔਰ ਦੁਤੀਵਾਨਾ ਕਹੀਏ ਪ੍ਰਕਾਸ਼ਮਾਨ ਚਿਹਰਾ ਸੀ। ਬਹੁਰ ਰਬਾਬ ਉਪਾਇਨ ਦੀਨਾ। ਮਹਾਰਾਜ ਜੀ ਫਿਰ ਆਪ ਜੀ ਨੂੰ ਰਬਾਬ ਭੇਟਾ ਵਜੋਂ ਭੇਟ ਕਰ ਗਿਆ। ਆਪ ਜੀ ਦੇ ਚਰਨਾਂ 'ਚ ਆਇਆ ਤੇ ਰਬਾਬ ਉਹਨੇ ਆਪ ਜੀ ਦੇ ਚਰਨਾਂ ਵਿੱਚ ਭੇਟਾ ਵਜੋਂ ਅਰਪਣ ਕੀਤੀ ਹੈ। ਸੁਭਗ ਅਲੌਕਿਕ ਆਨਾ। ਤੇ ਰਬਾਬ ਵੀ ਬੜੇ ਕਮਾਲ ਦੀ ਹੈ, ਅਲੌਕਿਕ ਸੁਭਗ ਯਾਨੀ ਕਿ ਬੜੀ ਸੁੰਦਰ ਰਬਾਬ ਹੈ, ਅਲੌਕਿਕ ਰਬਾਬ ਹੈ। ਮਹਾਰਾਜ ਰਬਾਬਾਂ ਮੈਂ ਹੋਰ ਬੜੀਆਂ ਵੇਖੀਆਂ ਨੇ ਲੋਕਾਂ ਦੇ ਘਰਾਂ ਵਿੱਚ, ਮਰਾਸ਼ੀਆਂ ਦੇ ਕੋਲ ਤੱਕੀਆਂ ਨੇ, ਪਰ ਆ ਜਿਹੜੀ ਰਬਾਬ ਉਹ ਜੇ ਦੇ ਕੇ ਗਿਆ ਭਾਈ ਫਰੰਦਾ, ਮਹਾਰਾਜ ਜੀ ਇਹ ਰਬਾਬ ਵੀ ਅਲੌਕਿਕ ਰਬਾਬ ਹੈ। ਦੀਨਾਨਾਥ ਕਥੋ ਇਹ ਗਾਥਾ। ਹੇ ਦੀਨਾਨਾਥ ਕਿਰਪਾ ਕਰਕੇ ਦੀ ਗਾਥਾ ਆਪ ਜੀ ਕਥਨ ਕਰਕੇ ਦੱਸੋ। ਭਇਓ ਜੇ ਅੰਤਰ ਧਿਆਨਾ। ਇਹ ਜਿਹੜਾ ਸੱਜਣ ਆਇਆ ਸੀ ਰਬਾਬ ਦੇਣ ਲਈ, ਜਿਹੜਾ ਵੇਖਦਿਆਂ ਵੇਖਦਿਆਂ ਅੰਤਰ ਧਿਆਨ ਹੋਇਆ ਹੈ, ਮਹਾਰਾਜ ਜੀ ਇਹ ਕੌਣ ਸੀ, ਇਹ ਆਪ ਜੀ ਕਿਰਪਾ ਕਰਕੇ ਦੱਸੋ। ਸ਼ਕਤਵਾਨ ਪਿਕ ਬਿਸ ਮੈਂ ਮੁਝ ਮਨ। ਮਹਾਰਾਜ ਉਹ ਮੈਨੂੰ ਸ਼ਕਤਵਾਨ ਬੰਦਾ ਜਾਪਦਾ ਸੀ, ਕਿਉਂਕਿ ਜਦੋਂ ਉਹਨੇ ਰਬਾਬ ਵੀ ਮੈਨੂੰ ਦਿੱਤੀ ਸੀ ਤੇ ਅਚਾਨਕ ਹੀ ਉਹਦੇ ਕੋਲੋਂ ਰਬਾਬ ਪ੍ਰਗਟ ਹੋਈ ਸੀ, ਪਹਿਲਾਂ ਉਹਦੇ ਹੱਥਾਂ ਵਿੱਚ ਨਹੀਂ ਸੀ। ਹੁਣ ਜਦੋਂ ਗਿਆ ਤੇ ਅਲੋਪ ਹੋ ਗਿਆ। ਮਹਾਰਾਜ ਮੈਂ ਉਹਨੂੰ ਸ਼ਕਤਵਾਨ ਨਰ ਜਾਣਿਆ, ਭਲਾ ਉਹ ਕੌਣ ਸੀ ਤੁਸੀਂ ਤਾਂ ਜਾਣੀ ਜਾਣੋ। ਮਹਾਰਾਜ ਜੀ ਜਾਣਦੇ ਹੋ,
ਮੇਰੇ ਮਨ ਦਾ ਸ਼ੰਕਾ ਨਿਵਾਰੋ, ਕਿਰਪਾ ਕਰਕੇ ਦੱਸੋ। ਸੁਨ ਸ਼੍ਰੀ ਗੁਰੂ ਬਖਾਨਾ। ਜਦੋਂ ਭਾਈ ਮਰਦਾਨੇ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਹੁਤੋ ਸੰਤ ਗੰਧਰਬਨ ਮਾਹੀ। ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਸਵਰਗ ਦੇ ਵਿੱਚ ਗੰਧਰਵ ਨੇ ਜਿਹੜੇ ਗਵਈਏ ਕਹੇ ਜਾਂਦੇ ਐ, ਗੰਧਰਵ ਜਿਹੜੇ ਗਾਉਂਦੇ ਐ, ਉਹਨਾਂ ਗੰਧਰਵਾਂ ਦੇ ਵਿੱਚ ਵੀ ਗਵਈਏ ਕਈ ਪ੍ਰਕਾਰ ਦੇ ਨੇ। ਇਹ ਜਿਹੜਾ ਗੰਧਰਵ ਸੀ, ਉਹਨਾਂ ਗੰਧਰਵਾਂ ਵਿੱਚੋਂ ਇਹ ਸੰਤ ਗੰਧਰਵ ਸੀ। ਇਹ ਪਰਮੇਸ਼ਰ ਦੀ ਕੀਰਤੀ ਗਾਇਨ ਕਰਦਾ। ਉਹ ਗੰਧਰਵ ਹੋਰ ਤਰ੍ਹਾਂ ਦੇ ਇੰਦਰ ਦੀ ਉਪਮਾ ਦੇ ਵਿੱਚ ਵੀ ਗਾਉਂਦੇ ਐ, ਪਰ ਆ ਜਿਹੜਾ ਗੰਧਰਵ ਆਇਆ ਸੀ, ਇਹ ਗੰਧਰਵ ਪਰਮੇਸ਼ਰ ਦੀ ਕੀਰਤੀ ਗਾਇਨ ਕਰਨ ਵਾਲਾ ਸੀ। ਇਹ ਸਵਰਗਪੁਰੀ ਵਿੱਚੋਂ ਗੰਧਰਵ ਸੀ। ਆਮ ਕਰਕੇ ਕੋਈ ਚੰਗਾ ਰਾਗੀ ਸਿੰਘ ਹੋਵੇ ਤੇ ਆਪਾਂ ਗੁਰਮੁਖੀ ਬੋਲੇ ਦੇ ਵਿੱਚ ਉਹਨਾਂ ਨੂੰ ਗੰਧਰਵ ਰਾਗੀ ਸਿੰਘ ਕਹਿ ਦਿੰਦੇ ਆ ਵੀ ਇਹ ਗੰਧਰਵ ਰਾਗੀ ਸਿੰਘ ਸਨ। ਅੱਜ ਇੱਕ ਗੰਧਰਵ ਰਾਗੀ ਪੰਥ ਦੇ ਸ੍ਰੀ ਅਨੰਦਪੁਰ ਸਾਹਿਬ, ਜਿਨ੍ਹਾਂ ਨੇ ਅਨੇਕਾਂ ਵਿਦਿਆਰਥੀਆਂ ਨੂੰ ਪੜ੍ਹਾਇਆ, ਪ੍ਰੋਫੈਸਰ ਕਰਤਾਰ ਸਿੰਘ ਜੀ, ਉਹ ਵੀ ਸੱਚਖੰਡ ਗਮਨ ਕਰ ਗਏ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 31 ਰਾਗ ਗਾਏ। ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਰਾਗ ਵਿਦਿਆ ਸਿਖਾਈ ਹੈ। ਤੋ ਗੁਰੂ ਸਾਹਿਬ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਪ੍ਰਦਾਨ ਕਰਨ। ਤੋ ਜੋ ਚੰਗਾ ਗਵਈਆ ਹੋਵੇ, ਚੰਗਾ ਰਾਗੀ ਸਿੰਘ ਹੋਵੇ, ਉਹਨੂੰ ਆਮ ਬੋਲਿਆਂ 'ਚ ਆਪਾਂ ਗੰਧਰਵ ਰਾਗੀ ਕਹਿ ਦਿੰਦੇ ਆ। ਮਹਾਰਾਜ ਜੀ ਕਹਿੰਦੇ ਜਿਹੜਾ ਆਇਆ ਸੀ ਨਾ ਭਾਈ ਫਰੰਦਾ, ਇਹ ਸੰਤ ਗੰਧਰਵ ਸੀ, ਸੰਤ ਬਿਰਤੀ ਵਾਲਾ ਗੰਧਰਵ ਸੀ। ਇਹ ਪਰਮੇਸ਼ਰ ਦੀ ਕੀਰਤੀ ਨੂੰ ਗਾਇਨ ਕਰਦਾ ਹੈ। ਜੈ ਹਰ ਕੀਰਤ ਪਿਆਰੀ। ਇਹਨੂੰ ਹਰੀ ਦੀ ਕੀਰਤੀ ਪਿਆਰੀ ਲੱਗਦੀ। ਹਾ ਹਾ ਹੂ ਹੂ ਗੰਧਰਵ ਅਪਛਰਾ, ਗੁਰਬਾਣੀ 'ਚ ਵੀ ਮਾਂ ਵਾਕ ਹੈ ਨਾ ਵੀ ਇਹਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਕੀਰਤੀ ਆ ਉਹ ਚੰਗੀ ਲੱਗਦੀ ਆ, ਭਾਉਂਦੀ ਹੈ। ਨਿਸ ਦਿਨ ਰਹਿਤ ਪ੍ਰੇਮ ਰੰਗ ਰਾਤਾ। ਇਹ ਰਾਤ ਦਿਨ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰਤਿਆ ਰਹਿੰਦਾ। ਇਹ ਹਰ ਵੇਲੇ ਪਰਮੇਸ਼ਰ ਦਾ ਕੀਰਤਨ ਕਰਦਾ ਹੈ, ਅਕਾਲ ਪੁਰਖ ਦੀ ਕੀਰਤੀ ਗਾਇਨ ਕਰਦਾ ਹੈ, ਔਰ ਕੀਰਤੀ ਗਾਇਨ ਕਰਦਿਆਂ ਕਰਦਿਆਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ। ਮਹਾਂਪੁਰਸ਼ ਕੀਰਤਨ ਦਾ ਅਰਥ ਕਰਦੇ ਹੈ ਕੀਰਤਨ। ਕੀਰਤੀ ਕਰਦਿਆਂ ਕਰਦਿਆਂ ਆਪਣਾ ਤਨ ਭੁੱਲ ਜਾਏ, ਕੀਰਤਨ ਕਰਦਿਆਂ ਸਰੀਰ ਭੁੱਲ ਜਾਏ ਵੀ ਮੈਂ ਸਰੀਰ ਹਾਂ। ਜਿਸ ਕੀਰਤਨ ਦੇ ਵਿੱਚ ਲੱਗਾ ਹੋਇਆ ਉਹ ਕੀਰਤਨ ਦਾ ਹੀ ਰੂਪ ਹੋ ਜਾਏ। ਕੀਰਤਨ ਏਦਾਂ ਵੀ ਅਰਥ ਕਰਦੇ ਆ ਮਹਾਂਪੁਰਸ਼, ਕੀ ਰਤਨ, ਜਿਸ ਦੇ ਸਾਹਮਣੇ ਦੁਨੀਆ ਦੇ ਰਤਨ ਵੀ ਕੀ ਨੇ, ਕੁਝ ਵੀ ਨਹੀਂ, ਕੱਖ ਵੀ ਨਹੀਂ। ਤਦੇ ਮਹਾਰਾਜ ਜੀ ਨੇ ਕਿਹਾ ਕੀਰਤਨ ਨਿਰਮੋਲਕ ਹੀਰਾ। ਫਿਰ ਕੀਰ ਨਾ ਪਾਉਣਾ ਵਿਰਾਗ ਵਿੱਚ, ਬਿਰਹਾ ਵਿੱਚ, ਜਿਹਦੇ ਤੋਂ ਵਿਛੜੇ ਆ, ਉਹਦੀ ਬਿਰਹਾ ਦੀ ਚੋਟ ਦੇ ਵਿੱਚ ਰਸਨਾ ਤੋਂ ਕੀਰਤਨ ਨਿਕਲਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਵੀ ਕੀਰਤਨ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਰਾਗੀ ਆਇਆ ਸੀ ਨਾ ਗੰਧਰਵ ਫਿਰੰਦਾ, ਇਹਨੂੰ ਪਰਮੇਸ਼ਰ ਦੀ ਕੀਰਤੀ ਚੰਗੀ ਲੱਗਦੀ ਹੈ। ਅਕਾਲ ਪੁਰਖ ਦਾ ਇਹ ਕੀਰਤਨ ਕਰਦਾ ਤੇ ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਹਿੰਦਾ। ਜਦੋਂ ਕੀਰਤਨੀਆਂ ਦੀ ਬਾਤ ਆਉਂਦੀ ਹੈ, ਉਦੋਂ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਮਰਦਾਨਾ ਜੀ, ਭਾਈ ਸੱਤਾ ਤੇ ਭਾਈ ਬਲਵੰਡ ਜੀ, ਭਾਈ ਬਾਬਕ ਜੀ ਵਰਗੇ ਮਹਾਨ ਕੀਰਤਨੀਆਂ ਦੇ ਨਾਲ ਨਾਲ ਭਾਈ ਸ਼ਾਮ ਸਿੰਘ ਜੀ ਦਾ ਜ਼ਿਕਰ ਵੀ ਜ਼ਰੂਰ ਆਉਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਭ ਤੋਂ ਪਹਿਲੀ ਦੇਗ ਰਾਗੀ ਭਾਈ ਸ਼ਾਮ ਸਿੰਘ ਜੀ ਦੇ ਬੂੰਗੇ ਤੋਂ ਚੱਲ ਕੇ ਆਉਂਦੀ ਹੈ, ਜਿਨ੍ਹਾਂ ਨੇ ਜ਼ਿੰਦਗੀ ਦੇ 70 ਸਾਲ ਗੁਰੂ ਦਰਬਾਰ ਵਿੱਚ ਕੀਰਤਨ ਦੀ ਸੇਵਾ ਕੀਤੀ। ਬੜੇ ਬੜੇ ਮਹਾਨ ਕੀਰਤਨੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਹਨ। ਖਾਲਸਾ ਜੀ, ਕੀਰਤਨੀਏ ਦੀ ਪਦਵੀ ਦੁਨੀਆ ਦੇ ਸਾਰੇ ਗਵਈਆਂ ਵਿੱਚੋਂ ਸਭ ਤੋਂ ਸ੍ਰੇਸ਼ਟ ਪਦਵੀ ਹੈ। ਗਵਈਏ ਬੜੇ ਬੜੇ ਨੇ ਸੰਸਾਰ ਵਿੱਚ, ਗਾਉਂਦੇ ਐ,
ਕੋਈ ਸੱਭਿਅਕ ਵੀ ਗਾਉਂਦੇ ਆ, ਕੋਈ ਅਸੱਭਿਅਕ ਵੀ। ਅਸੱਭਿਅਕ ਤਾਂ ਕਿਸੇ ਪ੍ਰਕਾਰ ਦੇ ਗਵਈਆਂ ਵਿੱਚ ਆਉਂਦੇ ਹੀ ਨਹੀਂ ਹਨ, ਜਿਹੜੇ ਅਸੱਭਿਅਕ ਗਾਉਂਦੇ ਨੇ। ਸੱਭਿਅਕ ਗਾਉਣ ਵਾਲੇ ਵੀ ਗਵਈਏ ਹਨ, ਬਹੁਤ ਬਹੁਤ ਪ੍ਰਕਾਰ ਦੇ ਗਵਈਏ ਗਾਇਨ ਕਰਦੇ ਐ। ਪਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਿਹੜਾ ਕੀਰਤਨ ਕਰਨ ਵਾਲਾ ਕੀਰਤਨੀਆ ਹੈ, ਉਹ ਦੁਨੀਆ ਦੇ ਸਾਰੇ ਗਵਈਆਂ ਗੰਧਰਬਾਂ ਦੇ ਵਿੱਚੋਂ ਵੀ ਸਭ ਤੋਂ ਸ੍ਰੇਸ਼ਟ ਹੈ। ਸਵਰਗ ਵਿੱਚ ਗੰਧਰਵ ਕਹੇ ਜਾਂਦੇ ਆ ਨਾ, ਉਹਨਾਂ ਨਾਲੋਂ ਵੀ ਉੱਤਮ ਪਦਵੀ ਹੈ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਕੀਰਤਨੀਏ ਸਿੰਘ ਦੀ। ਸਤਿ ਸ੍ਰੀ ਅਕਾਲ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਸਾਹਿਬ ਜੀ ਦੱਸ ਰਹੇ ਨੇ, ਕੀਰਤਨੀਆ ਹੈ ਪਰਮੇਸ਼ਰ ਦਾ, ਇਹਨੂੰ ਅਕਾਲ ਪੁਰਖ ਦੀ ਕੀਰਤੀ ਭਾਉਂਦੀ ਹੈ, ਇਹਨੂੰ ਅਕਾਲ ਪੁਰਖ ਦਾ ਕੀਰਤਨ ਭਾਉਂਦਾ ਹੈ। ਹਾਂਜੀ, ਏ ਰਬਾਬ ਕਰ ਧਾਰੀ, ਇਹਨੇ ਜਿਹੜੀ ਰਬਾਬ ਆਪਣੇ ਹੱਥ ਵਿੱਚ ਧਾਰਨ ਕੀਤੀ ਹੈ, ਚਿਰੰਕਾਲ ਕੀ ਚਾਹ ਹੁਤੀ ਮਨ, ਇਹਦੇ ਮਨ ਵਿੱਚ ਬੜੇ ਲੰਮੇ ਸਮੇਂ ਦੀ ਇੱਛਾ ਸੀ। ਇਹ ਜਿਹੜੀ ਰਬਾਬ ਦੇ ਕੇ ਗਿਆ ਨਾ, ਮਹਾਰਾਜ ਜੀ ਕਹਿੰਦੇ ਨੇ ਆਪਣੇ ਹੱਥ 'ਚ ਪਕੜੀ ਰੱਖੀ ਹੈ, ਇਹਦੇ ਮਨ 'ਚ ਬੜੇ ਲੰਮੇ ਸਮੇਂ ਦੀ ਇੱਛਾ ਸੀ। ਮਨ ਬਾਦਿਤ ਦੀਨ ਰਸਾਲਾ, ਇੱਛਾ ਸੀ ਕਿ ਮੈਂ ਇਹ ਰਬਾਬ ਪਰਮੇਸ਼ਰ ਦੇ ਚਰਨਾਂ 'ਚ ਭੇਟ ਕਰਾਂ। ਇਹਦੇ ਮਨ 'ਚ ਇੱਛਾ ਸੀ ਕਿ ਇਹ ਰਬਾਬ ਮੈਂ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ 'ਚ ਭੇਟ ਕਰਾਂ। ਸੋ ਅਬ ਦਿਓ ਬਜਾਵੋ ਲੈ ਕਰ, ਉਹ ਮਨ 'ਚ ਭਾਵਨਾ ਕਰਕੇ ਰਬਾਬ ਸਾਨੂੰ ਭੇਟਾ ਕਰ ਗਏ ਨੇ। ਤੇ ਭਾਈ ਮਰਦਾਨਾ ਜੀ, ਇਹ ਰਬਾਬ ਹੁਣ ਤੁਸੀਂ ਲਵੋ, ਤੁਸੀਂ ਸਾਡੇ ਘਰ ਦੇ ਪਹਿਲੇ ਕੀਰਤਨੀਏ ਹੋ, ਸ਼੍ਰੋਮਣੀ ਕੀਰਤਨੀਏ ਹੋ, ਤੇ ਇਸ ਰਬਾਬ ਨੂੰ ਪਕੜ ਕੇ ਇਸ ਰਬਾਬ ਨੂੰ ਵਜਾਓ। ਬਿਲਮ ਨ ਕਰ ਦਰ ਹਾਲਾ, ਦੇਰੀ ਨਾ ਲਾਓ, ਹੁਣ ਜਿੰਨਾ ਛੇਤੀ ਹੋ ਸਕੇ ਇਸ ਰਬਾਬ ਦੀਆਂ ਤੰਦਾਂ ਛੇੜੋ। ਆਯਸਮਾਨ ਲਿਓ ਮਰਦਾਨੀ, ਗੁਰਦੇਵ ਦਾ ਹੁਕਮ ਮੰਨਦਿਆਂ ਭਾਈ ਮਰਦਾਨਾ ਜੀ ਨੇ ਹੱਥ ਜੋੜੇ, 7 ਬਚਨ ਕਿਹਾ। ਕਰਨ ਲੱਗਿਓ ਤਬ ਸੁਰ ਕੋ, ਰਬਾਬ ਲੈ ਕੇ ਨਾ ਭਾਈ ਸਾਹਿਬ ਸੁਰ ਕਰਨ ਲੱਗੇ। ਉਹਦੀਆਂ ਉਹ ਕੱਸ ਕੇ ਤੰਦਾਂ ਨੂੰ ਕਿਤੇ ਢਿੱਲੀ ਤੇ ਸੁਰ ਕਰਨ ਵਾਸਤੇ ਸੁਰ ਕਰਨ ਲੱਗੇ। ਸ਼੍ਰੀ ਗੁਰ ਭੰਨਿਓ ਬਨੇ ਸੋਰੇ ਆਪੇ, ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਸੋਰੀ ਹੈ, ਇਹਨੂੰ ਸੁਰ ਕਰਨ ਦੀ ਲੋੜ ਨਹੀਂ, ਵਜਾ ਸੁਰ ਆਪਣੇ ਆਪ ਬਣਨਗੇ ਇਹਦੇ ਚੋਂ। ਇਹਦੇ ਚੋਂ ਜਿਹੜੇ ਸੁਰ ਨਿਕਲਨੇ ਆ ਉਹ ਨਿਰੰਕਾਰ ਦੇ ਘਰੋਂ ਆਉਣੇ ਆ, ਉਹ ਨਿਰੰਕਾਰ ਦੀ ਦਰਗਾਹ ਚੋਂ ਉਤਰਨੇ ਆ। ਤੂੰ ਬਸ ਵਜਾ, ਸੁਰ ਆਪਣੇ ਆਪ ਨਿਕਲਣਗੇ। ਵਾਵੋ ਬਿਲਮ ਨ ਕਰ ਕੋ, ਦੇਰੀ ਨਾ ਕਰੋ, ਹੁਣ ਇਹਨੂੰ ਵਜਾਵੋ। ਸੁਨਤ ਵਜਾਇਓ ਤੈ ਤਤਕਾਲਾ, ਸੁਣਦਿਆਂ ਸਾਰ ਭਾਈ ਸਾਹਿਬ ਨੇ ਮਰਦਾਨਾ ਜੀ ਨੇ ਰਬਾਬ ਦੀਆਂ ਤੰਦਾਂ ਛੇੜੀਆਂ। ਸੁਰ ਬਨ ਗਾ ਤਬ ਆਪੇ, ਬਸ ਜਦੋਂ ਤੰਦਾਂ ਛੇੜੀਆਂ ਤੇ ਸੁਰ ਆਪਣੇ ਆਪ ਹੀ ਬਣ ਗਏ, ਆਪਣੇ ਆਪ ਹੀ ਸੁਰ ਹੋ ਗਈ ਰਬਾਬ। ਐਸੀ ਬਾਤ ਨ ਅਚਰਜ ਤਾਂ ਕੋ, ਕਹਿੰਦੇ ਇਸ ਗੱਲ ਦਾ ਕੋਈ ਅਸਚਰਜ ਨਹੀਂ, ਇਸ ਬਾਤ ਦਾ ਕੋਈ ਅਸਚਰਜ ਨਹੀਂ। ਜਾਏ ਸੁਰਾ ਸੁਰ ਥਾਪੇ, ਕਹਿੰਦੇ ਜਿਸ ਸਾਹਿਬ ਨੇ ਸੁਰ ਅਸੁਰ ਸਾਰੇ ਬਣਾਏ ਨੇ, ਦੇਵਤੇ ਦਾਨਵ ਸਭ ਬਣਾਏ ਨੇ, ਸੁਰ ਅਸੁਰ ਪੈਦਾ ਕੀਤੇ ਨੇ। ਪਈ ਆਵਾਜ਼ ਤੂੰ ਹੀ ਨਿਰੰਕਾਰਾ, ਨਿਰੰਕਾਰ ਕਰਤਾਰਾ। ਕਹਿੰਦੇ ਉੱਥੇ ਰਬਾਬ ਦਾ ਸੁਰ ਹੋ ਕੇ ਵੱਜਣਾ ਕੋਈ ਅਸਚਰਜ ਨਹੀਂ ਸੀ। ਕਹਿੰਦੇ ਜਦੋਂ ਭਾਈ ਸਾਹਿਬ ਨੇ ਤੰਦਾਂ ਛੇੜੀਆਂ ਤੇ ਰਬਾਬ ਚੋਂ ਆਵਾਜ਼ ਆਈ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਕਰਤਾਰ। ਕਹਿੰਦੇ ਉਹਦੇ ਸੁਰਾਂ ਵਿੱਚੋਂ ਆਵਾਜ਼ ਆਉਂਦੀ ਹੈ, ਤੂੰ ਹੀ ਨਿਰੰਕਾਰ ਤੂੰ ਹੀ ਕਰਤਾਰ, ਨਾਲ ਨਿਰੰਕਾਰ ਨਾਲ ਕਰਤਾਰ। ਏਦਾਂ ਕਹਿੰਦੇ ਉਸ ਰਬਾਬ ਦੇ ਵਿੱਚੋਂ ਆਵਾਜ਼ ਆਈ। ਤੈਂ ਪੀਛੇ ਸ਼੍ਰੀ ਨਾਨਕ ਬੇਨਤੀ, ਕਹਿੰਦੇ ਪਹਿਲਾ ਰਬਾਬ ਚੋਂ ਇਹ ਆਵਾਜ਼ ਆਈ ਕਿ ਮਹਾਰਾਜ ਤੁਸੀਂ ਨਿਰੰਕਾਰ ਹੋ, ਤੁਸੀਂ ਕਰਤਾਰ ਹੋ। ਫਿਰ ਉਸ ਰਬਾਬ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਹੋ ਰਹੀ ਹੈ। ਉਹ ਰਬਾਬ
ਬੇਨਤੀਆਂ ਕਰ ਰਹੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ। ਹੋਵੇ ਤਾਰ ਮਝਾਰਾ। ਕਹਿੰਦੇ ਰਬਾਬ ਦੇ ਵਿੱਚੋਂ ਬੇਨਤੀਆਂ ਹੋ ਰਹੀਆਂ ਨੇ। ਕੀ ਬੇਨਤੀਆਂ ਹੋ ਰਹੀਆਂ? ਮਹਾਰਾਜ ਤੁਸੀਂ ਹੋ ਇਸ ਧਰਤੀ ਦਾ ਭਾਰ ਨਿਵਾਰਨ ਆਏ ਹੋ, ਤੁਸੀਂ ਹੋ ਸੰਸਾਰ ਦੇ ਜੀਵਾਂ ਨੂੰ ਪਾਰ ਉਤਾਰਨ ਲਈ ਆਏ ਹੋ। ਉਹ ਰਬਾਬ ਏਦਾਂ ਮਹਾਰਾਜ ਜੀ ਦੀਆਂ ਸਿਫਤਾਂ ਕਰ ਰਹੀ ਹੈ। ਉਹਦੇ ਚੋਂ ਇਹ ਆਵਾਜ਼ ਆ ਰਹੀ ਹੈ, ਤੂੰ ਹੀ ਨਿਰੰਕਾਰ, ਤੂੰ ਹੀ ਕਰਤਾਰ, ਧੰਨ ਗੁਰੂ ਨਾਨਕ, ਤੂੰ ਹੀ ਨਿਰੰਕਾਰ। ਏਦਾਂ ਸਾਹਿਬ ਦੀਆਂ ਵਡਿਆਈਆਂ ਤੇ ਸਿਫਤਾਂ ਹੋ ਰਹੀਆਂ ਨੇ। ਭਏ ਪ੍ਰੇਮ ਮੈਂ ਪਸ ਪੰਛੀ ਸਭ। ਜਦੋਂ ਰਬਾਬ ਵੱਜੀ, ਇਹ ਇਲਾਹੀ ਰਬਾਬ ਹੈ, ਇਹ ਨਿਰੰਕਾਰੀ ਰਬਾਬ ਹੈ। ਰਬਾਬ ਵਿੱਚ ਸਾਹਿਬ ਦੀ ਸਿਫਤ ਪਰੋਤੀ ਹੋਈ ਹੈ। ਇਸ ਆਵਾਜ਼ ਨੂੰ ਸੁਣਦਿਆਂ ਜਿਤਨੇ ਬਨ ਦੇ ਪਸ਼ੂ ਪੰਛੀ ਸਨ ਸਭ ਮੋਹਿਤ ਹੋ ਗਏ, ਸਭ ਸਮੋਹਿਤ ਹੋ ਗਏ। ਸਭ ਮੋਏ ਮਨ ਉਦਿਆਨਾ। ਕਹਿੰਦੇ ਜੰਗਲ ਦੇ ਜਿਤਨੇ ਪਸ਼ੂ ਪੰਛੀ ਸਨ ਸਾਰਿਆਂ ਦੇ ਮਨ ਮੋਹੇ ਗਏ। ਤਰਵਰ ਤੇ ਰਸ ਨਿਚੁਰਨ ਲਾਗਿਓ। ਦਰਖਤਾਂ ਦੇ ਪੱਤਿਆਂ 'ਚੋਂ ਰਸ ਚੋਣ ਲੱਗ ਪਿਆ। ਰਬਾਬ ਦੀ ਸਾਜ਼ ਆਵਾਜ਼ ਨੂੰ ਸੁਣ ਕੇ, ਜਿਹੜੀ ਰਬਾਬ ਗੁਰੂ ਨਾਨਕ ਸਾਹਿਬ ਦੀ ਦਇਆ ਨਾਲ ਵੱਜ ਰਹੀ ਹੈ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਵਜਾ ਰਹੇ ਨੇ, ਦਇਆ ਗੁਰੂ ਨਾਨਕ ਸਾਹਿਬ ਦੀ ਵਰਤ ਰਹੀ ਹੈ। ਉਹਦੀ ਆਵਾਜ਼ ਨੂੰ ਸੁਣ ਕੇ ਦਰਖਤਾਂ ਵਿੱਚੋਂ ਵੀ ਰਸ ਨਿਚੜਨ ਲੱਗਾ। ਖਾਲਸਾ ਜੀ, ਸੰਗੀਤ ਵਿੱਚ ਗਾਇਨ ਕੀਤੇ ਜਾਣ ਵਾਲੇ ਜਿਤਨੇ ਰਾਗ ਹਨ, ਇਹ ਸਾਰੇ ਰਾਗ ਚੇਤਨ ਦੇਵਤੇ ਹਨ, ਚੇਤਨ ਦੇਵ ਹਨ, ਰਾਗ ਜੜ ਨਹੀਂ ਹਨ। ਰਾਗਾਂ ਵਿੱਚ ਚੇਤਨਾ ਹੈ। ਕੋਈ ਵੀ ਰਾਗ ਹੈ ਉਹ ਰਾਗ ਚੇਤਨ ਹੈ। ਚੇਤਨ ਰਾਗ ਹੀ ਮਨੁੱਖ ਦੇ ਚੇਤਨ ਹਿਰਦੇ ਦੇ ਉੱਤੇ ਅਸਰ ਪਾਉਂਦਾ ਹੈ। ਚੇਤਨ ਹਿਰਦੇ ਤੇ ਉਰੇ ਇਹਨਾਂ ਦੀ ਚੇਤਨਾ, ਰਾਗੀ ਸਿੰਘ ਜਿਹੜੇ ਸਾਧਨਾ ਕਰਦੇ ਆ ਨਾ ਰਾਗ ਦੀ, ਉਸ ਰਾਗ ਦੀ ਸਾਧਨਾ ਕਰਕੇ, ਸਾਧਨਾ ਕਰਦਿਆਂ ਕਰਦਿਆਂ ਰਾਗ ਦੀ ਚੇਤਨਾ ਨੂੰ ਜਗਾਉਂਦੇ ਹੈ। ਜਿਸ ਵੀ ਰਾਗ ਨੂੰ ਕੋਈ ਰਾਗੀ ਸਾਧਨਾ ਕਰਦਿਆਂ ਕਰਦਿਆਂ ਉਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਖੁੱਭ ਜਾਂਦਾ ਨਾ, ਫਿਰ ਉਹ ਰਾਗ ਚੇਤਨ ਸਵਰੂਪ ਹੋ ਕੇ ਉਹਦਾ ਸਾਰਾ ਸਵਰੂਪ ਉਸ ਗਵਈਏ ਦੇ ਸਾਹਮਣੇ ਆ ਜਾਂਦਾ, ਉਹਦੇ ਸਾਹਮਣੇ ਪ੍ਰਗਟ ਹੋ ਜਾਂਦਾ ਉਹ ਰਾਗ। ਇਤਨੀ ਚੇਤਨਾ ਹੈ ਰਾਗਾਂ ਵਿੱਚ। ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਪਾਵਨ ਸਰੂਪ ਲਿਖਾਏ ਤੇ ਮੁਦਾਵਣੀ ਲਿਖੀ ਤੇ ਬਾਅਦ ਚ ਰਾਗ ਹਾਜ਼ਰ ਹੋਏ, ਮਹਾਰਾਜ ਸਾਡੀ ਤੇ ਵੀ ਕਿਰਪਾ ਕਰੋ, ਸਾਡਾ ਨਾਮ ਵੀ ਰਹਿ ਜੇ। ਮਹਾਰਾਜ ਜੀ ਕਹਿਣ ਲੱਗੇ, ਭਾਈ ਹੁਣ ਤਾਂ ਅਸੀਂ ਮੁਦਾਵਣੀ ਲਾ ਦਿੱਤੀ ਹੈ। ਕਹਿੰਦੇ ਮਹਾਰਾਜ ਤੁਸੀਂ ਸਮਰੱਥ ਹੋ। ਮਹਾਰਾਜ ਜੀ ਕਹਿੰਦੇ ਚਲੋ ਦੱਸੋ। ਫਿਰ ਉਹ ਰਾਗ ਮਹਾਰਾਜ ਜੀ ਦੀ ਸਭਾ ਚ ਆ ਕੇ ਸਾਹਿਬ ਦੀ ਕੀਰਤੀ ਗਾਉਂਦੇ ਤੇ ਭਾਈ ਗੁਰਦਾਸ ਜੀ ਦੱਸਦੇ, ਮਹਾਰਾਜ ਆਹ ਵੇਖੋ, ਆ ਪਹਿਲਾ ਰਾਗ ਹੈ, ਸ੍ਰੀ ਰਾਗ ਆਇਆ, ਆਹ ਵੇਖੋ ਇਹਦੀਆਂ 5 ਘਰ ਵਾਲੀਆਂ। ਉਹ ਫਿਰ ਨਾਲ ਜਦੋਂ ਰਾਗਾਂ ਦਾ ਜ਼ਿਕਰ ਆਉਂਦਾ, ਮਹਾਂਪੁਰਸ਼ ਕਹਿੰਦੇ ਕੱਲਾ ਕੱਲਾ ਰਾਗ ਆਪਣਾ ਆਲਾਪ ਕਰਕੇ ਦੱਸਦਾ। ਸ੍ਰੀ ਰਾਗ ਨੇ ਆ ਕੇ ਆਲਾਪ ਕੀਤਾ ਤੇ ਭਾਈ ਗੁਰਦਾਸ ਜੀ ਮਹਾਰਾਜ ਜੀ ਨੂੰ ਕਹਿੰਦੇ, ਪਾਤਸ਼ਾਹ ਆ ਜਿਹੜਾ ਪ੍ਰਥਮ ਰਾਗ ਆਇਆ, ਭੈਰੋਂ ਰਾਗ ਆਇਆ, ਇਹ ਭੈਰੋਂ ਰਾਗ ਹੈ। ਇਹ ਜਿਹੜਾ ਗਵਈਆ ਹੈ ਇਹ ਭੈਰੋਂ ਹੈ। ਮਹਾਰਾਜ ਆ ਜਿਹੜੀ ਰਾਗਣੀ ਹੈ ਇਹ ਭੈਰੋਂ ਰਾਗ ਦੀ ਘਰ ਵਾਲੀ ਹੈ। ਆ ਇਹਦੇ ਪੁੱਤਰ ਨੇ। ਪ੍ਰਥਮ ਰਾਗ ਭੈਰੋਂ ਵੈ ਕਰਹੀ, ਪੰਚ ਰਾਗਨੀ ਸੰਗ ਉਚਰਹੀ, ਪ੍ਰਥਮ ਭੈਰਵੀ ਬਿਲਾਵਲੀ, ਪੁੰਨਿਆ ਕੀ ਗਾਵੈ ਬੰਗਲੀ, ਪੁੰਨਿਆ ਸੁਲੇਖੀ ਕੀ ਭਈ ਬਾਰੀ, ਇਹ ਭੈਰੋਂ ਕੀ ਪੰਚੋ ਨਾਰੀ, ਪੰਚਮ ਹਰਖ ਦਸਾਖ। ਇਹ ਸਾਰੇ ਰਾਗ ਨੇ। ਪੰਚਮ ਹਰਖ ਦਸਾਖ ਸੁਨਾਵੈ, ਬੰਗਾਲ ਮਦ ਮਾਧਵ ਗਾਵੈ, ਲਲਿਤ ਬਿਲਾਵਲ ਗਾਵਹੀ। ਮਹਾਰਾਜ ਉਹ ਵੇਖੋ ਬਿਲਾਵਲ ਗਾ ਰਿਹਾ, ਉਹ ਵੇਖੋ ਬਾਦਸ਼ਾਹ ਲਲਿਤ ਨੇ ਆਲਾਪ ਕੀਤਾ, ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ। ਏਦਾਂ ਇਹ ਸਾਰੇ ਰਾਗ ਚੇਤਨ ਨੇ, ਸਤਿਗੁਰਾਂ ਦੇ ਸਨਮੁਖ ਹਾਜ਼ਰ ਹੁੰਦੇ ਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ। ਜਦੋਂ ਕੋਈ ਚੰਗਾ ਸਾਧਕ ਰਾਗੀ ਸਿੰਘ ਇਹਨਾਂ ਰਾਗਾਂ ਦੀ ਸਾਧਨਾ ਕਰਦਾ, ਫਿਰ ਰਾਗਾਂ ਦੇ ਸਵਰੂਪ ਉਹਨਾਂ ਦੇ ਸਾਹਮਣੇ ਆ ਜਾਂਦੇ ਆ। ਫਿਰ ਉਹ ਸੁਰਾਂ ਦੇ ਨਾਲ ਉਹਨਾਂ ਦੇ ਸਵਰੂਪ ਨੂੰ ਫਿਰ ਬਣਾਉਂਦਾ, ਰਾਗ ਦਾ ਸਰੂਪ ਬਣਾਉਂਦਾ। ਰਾਗ ਦੇ ਸਰੂਪ ਨੂੰ ਬਣਾ ਕੇ ਫਿਰ ਪੇਸ਼ ਕਰਦਾ ਸੰਗਤ ਅੱਗੇ ਕਿ ਆਹ ਹੈ ਜੀ ਰਾਗ ਦਾ ਸਵਰੂਪ। ਫਿਰ ਉਸ ਰਾਗ ਦੇ ਵਿੱਚ ਗੁਰੂ ਕੇ ਪਾਵਨ ਸ਼ਬਦ ਨੂੰ ਪਰੋ ਕੇ ਸੰਗਤ ਨੂੰ ਕੀਮਤੀ ਹੀਰੇ ਤੇ ਰਤਨ ਉਹ ਭਰ ਕੇ ਥਾਲ ਪੇਸ਼ ਕਰਦਾ ਤੇ ਗੁਰੂ ਕੇ ਸਿੱਖ
ਹੰਸ ਬਣ ਕੇ ਉਹਨਾਂ ਹੀਰਿਆਂ ਤੇ ਮੋਤੀਆਂ ਦਾ ਚੋਗਾ ਚੁਗਦੇ ਹੈ। ਮਹਾਰਾਜ ਜੀ ਦੇ ਜਦੋਂ ਦਰਬਾਰ ਵਿੱਚ ਭਾਈ ਮਰਦਾਨਾ ਜੀ ਨੇ ਗਾਇਆ, ਰਬਾਬ ਵਜਾਈ, ਤੇ ਕਹਿੰਦੇ ਦਰਖਤਾਂ ਚੋਂ ਰਸ ਨੁਚੜਨ ਲੱਗਾ। ਵਿਸਰਾ ਸਭ ਨੇ ਆਪਾਨਾ, ਸੁਣਦਿਆਂ ਸਭ ਨੂੰ ਆਪਣਾ ਆਪ ਵਿਸਰ ਗਿਆ। ਜਿਹਨੇ ਜਿਹਨੇ ਸੁਣਿਆ, ਕਹਿੰਦੇ ਸ਼ੇਰ ਤੇ ਹਿਰਨ ਇਕੱਠੇ ਖਲੋ ਗਏ ਆ ਕੇ। ਸ਼ੇਰ ਨੂੰ ਭੁੱਲ ਗਿਆ ਵੀ ਮੈਂ ਹਿਰਨ ਦਾ ਸ਼ਿਕਾਰ ਕਰਨਾ, ਹਿਰਨ ਨੂੰ ਭੁੱਲ ਗਿਆ ਵੀ ਕੋਲ ਸ਼ੇਰ ਖੜਾ ਮੈਨੂੰ ਮਾਰੇਗਾ। ਇਕੱਠੇ ਹੋ ਕੇ ਖਲੋ ਗਏ ਜੰਗਲ ਵਿੱਚ। ਬਾਜ ਤੇ ਚਿੜੀਆਂ ਇਕੱਠੀਆਂ ਹੋ ਕੇ ਬਹਿ ਗਈਆਂ। ਸਭ ਨੂੰ ਆਪਣਾ ਆਪ ਭੁੱਲ ਗਿਆ। ਐਸੀ ਆਵਾਜ਼ ਸੁਣੀ, ਸੁਨ ਸੁਨ ਸ਼੍ਰੀ ਨਾਨਕ ਮਨ ਭਾਈ। ਰਬਾਬ ਮਹਾਰਾਜ ਜੀ ਸੁਣਦੇ ਪਾਤਸ਼ਾਹ ਦੇ ਮਨ ਨੂੰ ਭਾਉਂਦੀ ਹੈ, ਉਹ ਰਬਾਬ ਸਾਹਿਬ ਦੇ ਮਨ ਨੂੰ ਭਾ ਰਹੀ ਹੈ। ਲਗੀ ਸਮਾਧਿ ਅਖੰਡਾ, ਸੁਣਦਿਆਂ ਸਾਰ ਮਹਾਰਾਜ ਜੀ ਦੀ ਅਖੰਡ ਸਮਾਧੀ ਲੱਗ ਗਈ। ਧੰਨ ਗੁਰੂ ਨਾਨਕ ਸਾਹਿਬ ਦੀ ਅਖੰਡ ਸਮਾਧੀ ਚ ਮਹਾਰਾਜ ਜੀ ਚਲੇ ਗਏ। ਪਲਕ ਜੁਟੀ ਜੁਗ ਪਏ ਵਿਦੇਹਾ, ਮਹਾਰਾਜ ਜੀ ਦੇ ਨੇਤਰ ਮੁੰਦੇ ਗਏ। ਸਰੀਰ ਚ ਹੁੰਦਿਆਂ ਸਰੀਰ ਤੋਂ ਬਦੇ ਹੋ ਗਏ। ਸਵਾਸ ਦਸਮ ਦਰ ਮੰਡਾ, ਸਵਾਸ ਦਸਮ ਦਵਾਰ ਦੇ ਮੰਡਲ ਚ ਜਾ ਪਹੁੰਚੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ। ਦਸਮ ਦਵਾਰ ਆਗਮ ਪਾਰੇ ਦੀ ਖੇਡ ਤੱਕ ਜਾ ਪਹੁੰਚੇ। ਉਹ ਅਛੋਬ ਛੋਰੇ ਨੇ ਤੈਂ ਕੋ, ਕਹਿੰਦੇ ਉੱਥੇ ਇਹੋ ਜੀ ਸਮਾਧੀ ਲੱਗੀ ਜਿਸ ਸਮਾਧੀ ਨੂੰ ਹੁਣ ਛੱਡਣ ਨੂੰ ਚਿੱਤ ਨਹੀਂ ਕਰਦਾ। ਬੀਤ ਗਏ ਦਿਨ ਦੋ, ਸਤਿਗੁਰੂ ਜੀ ਐਸੇ ਅਡੋਲ ਬੈਠੇ। ਭਾਈ ਮਰਦਾਨਾ ਜੀ ਤਾਂ ਕੁਝ ਸਮੇਂ ਬਾਅਦ ਰਬਾਬ ਸਮਾਪਤ ਕਰ ਦਿੱਤੀ ਵਜਾਉਣੀ, ਪਰ ਗੁਰਦੇਵ ਦੀ ਸਮਾਧੀ ਐਸੀ ਲੱਗੀ 2 ਦਿਨ ਤੇ 2 ਰਾਤਾਂ ਬੈਠਿਆਂ ਬੀਤ ਗਈਆਂ। ਸਮਾਧੀ 'ਚ ਅਡੋਲ ਅਖੰਡ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਰਹੇ। ਪਦਮਾਸਨ ਬੈਸੇ ਅਸ ਸੋਹਤ, ਪਦਮ ਆਸਣ ਤੇ ਸਤਿਗੁਰੂ ਜੀ ਬੈਠੇ ਨੇ। ਪਦਮ ਆਸਣ ਕਿਹੜਾ ਹੁੰਦਾ ਹੈ? ਪਦਮ ਆਸਣ ਸੱਜਾ ਪੈਰ ਖੱਬੇ ਪੱਟ ਦੇ ਉੱਤੇ ਰੱਖ ਲੈਣਾ ਤੇ ਖੱਬਾ ਸੱਜੇ ਤੇ ਰੱਖ ਲੈਣਾ। ਐਸੇ ਪਦਮ ਆਸਣ ਦੇ ਉੱਤੇ ਪਾਤਸ਼ਾਹ ਜੀ ਅਡੋਲ ਬੈਠੇ ਹਨ। ਜਿਵ ਸ਼ਿਵ ਕਲ ਮਲ ਖੋ, ਕਹਿੰਦੇ ਜਿਵੇਂ ਸ਼ਿਵ ਬਹਿਦਾ ਸਮਾਧੀ 'ਚ ਬੜੀ ਲੰਮੀ ਸਮਾਧੀ, ਪਾਤਸ਼ਾਹ ਦੀ ਇਸ ਸਮਾਧੀ ਨੂੰ ਵੇਖ ਕੇ ਸ਼ਿਵ ਵੀ ਪ੍ਰਣਾਮ ਕਰ ਰਿਹਾ ਹੈ। ਉਹ ਵੀ ਮਹਾਰਾਜ ਜੀ ਦੇ ਚਰਨਾਂ ਤੇ ਝੁਕ ਕੇ ਬੰਦਨਾ ਕਰ ਰਿਹਾ ਹੈ। ਦੋਹਰਾ ਸ਼੍ਰੀ ਸਤਿਗੁਰ ਪਾਰਸ ਚਰਨ, ਮਨ ਮਨੂਰ ਮਮ ਭੇਟ। ਮਹਾਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਪਾਰਸ ਹਨ। ਪਾਰਸ, ਪਾਰਸ ਜਿਵੇਂ ਗਲੇ ਸੜੇ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ। ਗਲਿਆ ਸੜਿਆ ਲੋਹਾ ਜਿਹਨੂੰ ਜੰਗਾਲ ਲੱਗਾ ਹੋਵੇ, ਪਾਰਸ ਨੂੰ ਲੱਗ ਜਾਏ ਤੇ ਸੋਨਾ ਹੋ ਜਾਂਦਾ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਨੇ ਪਾਰਸ, ਤੇ ਮੇਰਾ ਮਨ ਹੈ ਗਲਿਆ ਸੜਿਆ ਲੋਹਾ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਲੱਗਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਮੇਰਾ ਮਨ ਮਿਲਿਆ, ਤੇ ਕਹਿੰਦੇ ਉਸੇ ਵਕਤ ਹਾਂਜੀ ਕੰਚਨ ਸੋ ਹੋਵੇ ਜਬੇ, ਲਗੇ ਨਾ ਜਮ ਕੀ ਫੇਟ। ਕਹਿੰਦੇ ਗਲਿਆ ਸੜਿਆ ਲੋਹਾ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਰੂਪੀ ਪਾਰਸ ਨਾਲ ਲੱਗ ਕੇ ਸੋਨਾ ਹੋ ਗਿਆ। ਤੇ ਜਿਨ੍ਹਾਂ ਦਾ ਮਨ ਸੋਨਾ ਹੋ ਗਿਆ ਨਾ, ਕਹਿੰਦੇ ਫਿਰ ਉਹਨਾਂ ਨੂੰ ਜੰਮਾਂ ਦੇ ਧੱਕੇ ਨਹੀਂ ਖਾਣੇ ਪੈਂਦੇ। ਸਤਿ ਸ੍ਰੀ ਅਕਾਲ। ਲਗਹਿ ਨਾ ਜੰਮ ਕੀ ਫੇਟ, ਫੇਟ ਕਹਿੰਦੇ ਆ ਧੱਕੇ ਨੂੰ। ਉਹਨਾਂ ਨੂੰ ਜੰਮਾਂ ਦੀ ਚੋਟ ਨਹੀਂ ਖਾਣੀ ਪੈਂਦੀ, ਜੰਮਾਂ ਦੇ ਧੱਕੇ ਨਹੀਂ ਖਾਣੇ ਪੈਂਦੇ, ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਜਾਂਦੇ ਹੈ। ਸਤਿਗੁਰਾਂ ਦੇ ਚਰਨਾਂ ਨੂੰ ਰਾਮ ਪਾਰਸ ਚੰਦਨ, ਹਮ ਕਾਸ਼ਟ ਲੋਸਟ, ਹਰ ਸੰਗ ਹਰੀ ਸਤ ਸੰਗ ਭਏ, ਹਰ ਕੰਚਨ ਚੰਦਨ ਕੀਨੇ, ਰਾਮ ਪਾਰਸ ਚੰਦਨ। ਮੇਰੇ ਸਾਹਿਬ ਪਾਰਸ ਵੀ ਨੇ, ਮੇਰੇ ਸਾਹਿਬ ਚੰਦਨ ਵੀ ਨੇ। ਮੈਂ ਗਲੇ ਸੜੇ ਲੋਹੇ ਵਾਂਗੂ ਵੀ ਹਾਂ, ਤੇ ਮੈਂ
ਨਕੰਮੇ ਜੇ ਲੱਕੜ ਦੇ ਸਮਾਨ ਛਿਛਰੇ ਦੇ ਬੂਟੇ ਵਾਂਗੂ ਵੀ ਆ। ਜਦੋਂ ਗੁਰੂ ਨਾਲ ਛੂਹਿਆ ਤੇ ਕਹਿੰਦੇ ਗਲੇ ਸੜੇ ਲੋਹੇ ਤੋਂ ਸੋਨਾ ਹੋ ਗਿਆ ਤੇ ਛਿਛਰੇ ਦੇ ਦਰਖਤ ਤੋਂ ਚੰਦਨ ਹੋ ਗਿਆ। ਤੇ ਜਿਹੜੇ ਚੰਦਨ ਹੋ ਗਏ, ਜਿਹੜੇ ਗੁਰੂ ਚਰਨਾਂ ਨਾਲ ਜੁੜ ਕੇ ਸੋਨਾ ਹੋ ਗਏ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਉਹਨਾਂ ਨੂੰ ਜੰਮਾਂ ਦੇ ਧੱਕੇ ਨਹੀਂ ਖਾਣੇ ਪੈਂਦੇ। ਹਾਂਜੀ। ਦੁਵਈਆ ਚੰਦ ਲਗੀ ਸਮਾਦ ਬਿਤੇ ਦਿਨ ਦੋ। ਸਤਿਗੁਰੂ ਜੀ ਦੀ ਸਮਾਧੀ ਲੱਗੀ ਆ 2 ਦਿਨ ਤੇ 2 ਰਾਤਾਂ ਬੀਤ ਗਈਆਂ। ਲੋਚਨ ਕਮਲ ਨਾ ਬਿਕਸੇ। ਮਹਾਰਾਜ ਜੀ ਨੇ ਆਪਣੇ ਨੇਤਰ ਕਮਲ ਨਹੀਂ ਖੋਲੇ, 2 ਦਿਨ ਬੀਤ ਗਏ। ਮਰਦਾਨੇ ਤਨ ਛੁਦਾ ਅਧਿਕ ਪੀ। ਤੇ ਭਾਈ ਮਰਦਾਨੇ ਜੀ ਦਾ ਵੀ ਨਿਸ਼ਚਾ ਵੇਖੋ, ਵੀ ਉੱਠ ਕੇ ਨਹੀਂ ਗਏ ਕੋਲੋਂ। 2 ਦਿਨ ਉਹ ਵੀ ਬੈਠੇ ਰਹੇ, ਪਰ ਭੁੱਖ ਨੇ ਬੜਾ ਸਤਾਇਆ। ਕਿਉਂਕਿ ਇੱਥੋਂ ਸ਼ੁਰੂਆਤ ਹੋਣੀ ਸੀ, ਮਹਾਰਾਜ ਜੀ ਨੇ ਵਿਖਾਉਣਾ ਸੀ ਹਾਲੇ ਰੰਗ। ਮਰਦਾਨਿਆਂ ਇਦਾਂ ਆਉਣ ਵਾਲੇ ਸਮੇਂ 'ਚ ਚੱਲਣਾ ਪੈਣਾ, ਤਗੜਾ ਰਹੀਂ। ਤੂੰ ਪਾਤਸ਼ਾਹ ਨੇ ਹੁਣੇ ਹੀ ਤਿਆਰੀ ਕਰ ਦਿੱਤੀ ਹੈ ਨਾ। ਭਾਈ ਸਾਹਿਬ ਭਾਈ ਮਰਦਾਨਾ ਜੀ ਵੀ 2 ਦਿਨ ਉੱਥੇ ਹੀ ਬੈਠ, ਪਰ ਨਿਸ਼ਚਾ ਵੇਖੋ, ਚਾਹੁੰਦੇ ਤੇ ਵੇਖਦੇ ਵੀ ਚਲੋ ਬੇਬੇ ਨਾਨਕੀ ਦਾ ਘਰ ਲੱਗ ਗਈ ਹੈ ਤੇ ਜਾ ਕੇ 2 ਫੁਲਕੇ ਛਕੋ ਨਾ, ਫੇਰ ਆ ਜਾਵਾਂਗਾ। ਨਹੀਂ ਗਏ, ਆਗਿਆ ਨਹੀਂ ਸੀ ਮਹਾਰਾਜ ਜੀ। ਆਗਿਆ ਲਏ ਬਿਨਾਂ ਕਿਵੇਂ ਜਾਂਦੇ? ਇਸ ਕਰਕੇ ਅਡੋਲ 2 ਦਿਨ ਮਹਾਰਾਜ ਜੀ ਦੇ ਕੋਲ ਉਹ ਵੀ ਬੈਠੇ ਰਹੇ। ਪ੍ਰਾਨ ਜਾਏ ਜਿਉ ਨਿਕਸੇ। ਭੁੱਖ ਦਾ ਦੁੱਖ ਸਤਾ ਰਿਹਾ ਇਉਂ ਜਿਵੇਂ ਮਾਨੋ ਸਰੀਰ ਚੋਂ ਪ੍ਰਾਣ ਨਿਕਲ ਚੱਲੇ ਆ ਭੁੱਖ ਨਾਲ। ਇੰਨਾ ਡਾਢਾ ਦੁੱਖ ਭੁੱਖ ਦਾ ਹੈ। ਕੋ ਮਾਨਵ ਤੈ ਦ੍ਰਿਸ਼ਟ ਨ ਆਵੇ। ਕੋਈ ਬੰਦਾ ਵੀ ਨਹੀਂ ਦਿਸਦਾ, ਨੇੜੇ ਤੇੜੇ ਵੀ ਦਿਸ ਜੇ ਉਹਨੂੰ ਇਸ਼ਾਰਾ ਕਰਕੇ ਕਹਿ ਦੇ ਵੀ 2 ਪ੍ਰਸ਼ਾਦੇ ਲਿਆ ਦੇ ਵੀਰਾ ਇੱਥੇ, ਉਹ ਵੀ ਨਾ ਦਿਸੇ। ਜਿੱਥੇ ਮਹਾਰਾਜ ਜੀ ਬੈਠੇ ਉੱਥੇ ਕੋਈ ਬੰਦਾ ਵੀ ਨਹੀਂ ਆਉਂਦਾ। ਮਰਦਾਨਾ ਜੀ ਬੈਠੇ ਰਹੇ। ਜੈ ਤੇ ਜਾਚੇ ਖਾਨਾ। ਜਿਹਦੇ ਕੋਲੋਂ ਪ੍ਰਸ਼ਾਦਾ ਮੰਗ ਲੈਂਦਾ ਕੋਈ ਬੰਦਾ ਵੀ ਨਹੀਂ ਦਿਸਿਆ। ਉਤੋਂ ਨਿਕਟ ਨਿਰਮਲ ਜਲ ਸੀਤਲ। ਬਸ ਇੰਨਾ ਕੁ ਸ਼ੁਕਰ ਸੀ ਮਹਾਰਾਜ ਜੀ ਦਾ ਵੀ ਜਿੱਥੇ ਬੈਠੇ ਸੀ ਨੇੜੇ ਪਾਣੀ ਸੀ, ਨਿਰਮਲ ਸਾਫ਼ ਪਾਣੀ ਸੀ, ਜਲ ਸੀ। ਤਿਖ ਹੋਵੇ ਕਰੇ ਸੋ ਪਾਨਾ। ਬਸ ਉੱਥੋਂ 2 ਦਿਨ ਪਾਣੀ ਪੀ ਕੇ ਗੁਜ਼ਾਰਾ ਕਰਦੇ ਰਹੇ ਭਾਈ ਮਰਦਾਨਾ ਜੀ। ਪਿਆਸ ਲੱਗੇ ਤੇ ਉੱਥੋਂ ਪਾਣੀ ਪੀ ਲਿਆ ਕਰਨ। ਦੋਹਰਾ ਤਜ ਕਰ ਪ੍ਰਭ ਕੋ ਜਾਏ ਨਹਿ। ਮਨ ਮੈਂ ਕਰਤ ਵਿਚਾਰ। ਤਜ ਕੇ ਨਹੀਂ ਜਾਂਦੇ, ਛੱਡ ਕੇ ਵੀ ਨਹੀਂ ਜਾਂਦੇ, ਵੀ ਆਗਿਆ ਨਹੀਂ ਹੈ ਜਾਣ ਦੀ। ਜਦੋਂ ਤੱਕ ਆਗਿਆ ਨਹੀਂ ਲਵਾਂ ਉਦੋਂ ਤੱਕ ਜਾਵਾਂ ਕਿਵੇਂ? ਪਰ ਮਨ ਹੀ ਮਨ ਸੋਚਦੇ ਨੇ ਭਾਈ ਮਰਦਾਨਾ ਜੀ, ਵਿਚਾਰ ਕਰਦੇ ਨੇ। ਕੈ ਬਿਦ ਬੀਤੇ ਸੰਗ ਇਨ ਹੋਵੇ ਕਸ਼ਟ ਅਪਾਰ। ਸੋਚਦੇ ਨੇ ਵੀ ਇਹਨਾਂ ਨਾਲ ਮੇਰਾ ਕਿਵੇਂ ਟਾਈਮ ਪਾਸ ਹੋਵੇਗਾ। ਇਹ ਕਹਿੰਦੇ ਆ ਮੇਰੇ ਨਾਲ ਰਹਿਣਾ ਤੂੰ, ਇਹਨਾਂ ਨਾਲ ਮੈਂ ਕਿਵੇਂ ਆਪਣਾ ਟਾਈਮ ਕੱਟਾਂਗਾ। ਔਖਾ ਹੈ ਕੰਮ, ਬਹੁਤ ਮੁਸ਼ਕਲ ਹੈ, ਇਹਨਾਂ ਨਾਲ ਨਹੀਂ ਮੇਰਾ ਟਾਈਮ ਪਾਸ ਹੋਣਾ। ਸੋਰਠਾ ਅਬ ਕੇ ਦੇਹ ਮਝਾਰੇ ਆਵੇ। ਮੰਗੋ ਬਿਦਾ ਮੈਂ। ਇਹਨਾਂ ਨਾਲ ਰਹਿ ਕੇ ਤਾਂ ਬੜਾ ਕਸ਼ਟ ਝੱਲਣਾ ਪੈਣਾ, ਔਖਾ ਹੈ ਇਹਨਾਂ ਨਾਲ ਰਹਿਣਾ। ਭਾਈ ਮਰਦਾਨਾ ਜੀ ਜੋ ਸੋਚ ਰਹੇ ਨੇ ਵੀ ਇਹਨਾਂ ਨਾਲ ਰਹਿਣਾ ਔਖਾ ਹੈ, ਮੈਂ ਹੁਣ ਚਲਾ ਜਾਣਾ, ਪਰ ਉਹ ਨਹੀਂ ਸਨ ਜਾਣਦੇ ਕਿ ਭਾਈ ਮਰਦਾਨਾ ਜੀ ਤੁਸੀਂ ਤਾਂ ਆਪਣੇ ਜੀਵਨ ਦਾ ਅਖੀਰਲਾ ਸਾਹ ਵੀ ਇਹਨਾਂ ਦੀ ਗੋਦ ਵਿੱਚ ਲੈਣਾ ਹੈ। ਮਨੁੱਖ ਕੁਝ ਸੋਚਦਾ ਹੈ ਪਰ ਹੁੰਦਾ ਕੁਝ ਹੋਰ ਹੈ। ਮਨੁੱਖ ਦੀ ਕਲਪਨਾ ਤੋਂ ਪਰੇ ਦੀ ਗੱਲ ਹੈ। ਭਾਈ ਮਰਦਾਨਾ ਜੀ ਸੋਚਦੇ ਨੇ ਵੀ ਜੇ ਹੁਣ ਸਰੀਰ 'ਚ ਆ ਜਾਣ, ਅੱਖਾਂ ਖੋਲਣ, ਤੇ ਮੈਂ ਹੱਥ ਜੋੜ ਕੇ ਵਿਦਾ ਲੈ ਲੈਣੀ ਇਹਨਾਂ ਕੋਲੋਂ ਕਿ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਤਲਵੰਡੀ ਚੱਲਿਆ, ਮੇਰੇ ਬੱਚੇ ਉਡੀਕਦੇ ਆ ਪਿੱਛੇ। ਹਾਂਜੀ। ਜਾਵੋ ਆਪਣੇ ਆਗਾਰ ਕਠਨ ਰਹਿਣ ਹੈ ਸੰਗ ਇਨ। ਮੈਂ ਆਪਣੇ ਘਰ ਜਾਵਾਂ, ਪਰਿਵਾਰ ਵਿੱਚ ਰਵਾਂ, ਘਟੋ ਘੱਟ 2 ਟਾਈਮ ਪ੍ਰਸ਼ਾਦਾ ਤਾਂ ਮਿਲਿਆ ਕਰੇਗਾ। ਇੱਥੇ ਇਹਨਾਂ ਨਾਲ ਰਹਿਣਾ ਤਾਂ ਬੜਾ ਔਖਾ ਹੈ। ਗੁਰੂ ਪੀਰਾਂ ਦੀ ਚਾਕਰੀ ਇੰਨੀ ਸੌਖੀ ਨਹੀਂ ਹੁੰਦੀ, ਸਿਰ ਦੇ ਕੇ ਕਰਨੀ ਪੈਂਦੀ ਹੈ। ਤੇ ਮਹਾਰਾਜ ਜੀ ਨੇ ਸਿਖਾਉਣਾ ਸੀ ਭਾਈ ਮਰਦਾਨੇ ਨੂੰ,
ਕਹਿੰਦਾ ਬੜਾ ਔਖਾ ਕੰਮ ਜੇ ਇੱਥੇ ਇਹਨਾਂ ਕੋਲ ਰਹਿਣਾ। ਹਾਂਜੀ। ਦੁਵਿਐ ਚੰਦ ਬਹੁਤ ਛੁਦਾ ਮੈਂ ਪਇਓ ਬਿਹਾਲਾ। 2 ਦਿਨ ਬੀਤ ਗਏ ਨੇ ਭੁੱਖ ਦਾ ਦੁੱਖ, ਕਦੇ ਏਦਾਂ ਹੋਇਆ ਹੀ ਨਹੀਂ ਸੀ। ਪਹਿਲੀ ਵੇਰ ਭਾਈ ਮਰਦਾਨੇ ਨੇ 2 ਦਿਨ ਦੀ ਭੁੱਖ ਜਰੀ, ਬਹੁਤ ਜ਼ਿਆਦਾ ਬਿਹਾਲ ਹੋ ਗਏ। ਭੋਜਨ ਹਾਥ ਨ ਆਇਓ। ਰਾਤ ਦੂਜੀ ਪਈ ਹੋਈ, ਰਾਤ ਜਾਗਦਿਆਂ ਭੁੱਖੇ, ਨੀਂਦ ਕਿੱਥੇ ਆਉਂਦੀ, ਬਿਹਾਲ ਹੋ ਗਏ। ਤਜ ਨੈ ਸਕਈ ਦੀਨ ਦਿਆਲਾ। ਤੇ ਨਾ ਹੀ ਛੱਡ ਕੇ ਜਾ ਸਕਦੇ ਨੇ ਦੀਨ ਦਿਆਲ ਸਤਿਗੁਰਾਂ ਨੂੰ। ਬਣੀ ਕਠਨ ਦੁੱਖ ਪਾਇਓ। ਬੜਾ ਔਖਾ ਬਣ ਗਿਆ, ਕਠਨ ਬਣ ਗਈ, ਬੜੇ ਵਿਆਕੁਲ ਹੋ ਰਹੇ, ਦੁਖੀ ਹੋ ਰਹੇ ਭਾਈ ਮਰਦਾਨਾ ਜੀ। ਅਸਮੰਜਸ ਪੀ ਦੋਨੋਂ ਬਾतें। ਦੋਵੇਂ ਗੱਲਾਂ ਅਸਮੰਜਸ ਨੇ। ਹਾਂਜੀ। ਨਿਕਟ ਰਹਿਣ ਪੁਰ ਜਾਨਾ। ਅਸਮੰਜਸ ਕੀ ਨੇ? ਨਾ ਤਾਂ ਹੁਣ ਭੁੱਖਿਆਂ ਕੋਲ ਰਿਹਾ ਜਾ ਰਿਹਾ ਤੇ ਨਾ ਨਗਰ 'ਚ ਜਾ ਸਕਦੇ ਨੇ। ਗੱਲਾਂ ਦੋਵੇਂ ਹੀ ਔਖੀਆਂ। ਕੋਲ ਰਹਿਣਾ ਵੀ ਔਖਾ, ਭੁੱਖ ਲੱਗੀ ਹੈ, ਤੇ ਨਗਰ 'ਚ ਵੀ ਨਹੀਂ ਜਾ ਸਕਦੇ, ਆਗਿਆ ਲਏ ਬਿਨਾ ਇਹ ਵੀ ਔਖਾ ਹੈ। ਕਰਤ ਵਿਚਾਰ ਰਾਤ ਸਭ ਬੀਤੀ। ਰਾਤ ਇਹੀ ਵਿਚਾਰ ਕਰਦਿਆਂ ਬੀਤ ਗਈ ਵੀ ਹੁਣ ਆਉਣ ਅੱਖਾਂ ਖੋਲਣ, ਹੁਣ ਪੁੱਛਾਂ, ਹੁਣ ਜਾਵਾਂ। ਏਦਾਂ ਰਾਤ ਬੀਤ ਗਈ। ਭਇਓ ਉਦੇ ਪੁਨ ਭਾਨਾ। ਤੀਸਰੇ ਦਿਨ ਸੂਰਜ ਉਦੇ ਹੋਇਆ, ਪ੍ਰਕਾਸ਼ ਹੋਇਆ। ਅੰਬਕ ਅੰਬਜ ਬਿਕਸੇ ਤੈ ਛਿਨ। ਕਮਲ ਵਰਗੇ ਸੋਹਣੇ ਜੇ ਨੇਤਰ ਤੀਸਰੇ ਦਿਨ ਧੰਨ ਗੁਰੂ ਨਾਨਕ ਸਾਹਿਬ ਨੇ ਖੋਲੇ। ਨੇਤਰਾਂ 'ਚ ਰੰਗ ਤੇ ਮਸਤੀ ਹੈ, ਨੂਰ ਹੈ। ਭਾਈ ਮਰਦਾਨਾ ਜੀ ਸਾਹਮਣੇ ਬੈਠੇ ਹਨ। ਭਏ ਸੁਚੇਤ ਸਰੀਰਾ। ਪਾਤਸ਼ਾਹ ਸਰੀਰ ਕਰਕੇ ਸੁਚੇਤ ਹੋਏ, ਸਾਵਧਾਨ ਹੋਏ। ਮਰਦਾਨੇ ਕੋ ਉਰ ਕੀ ਲਖ ਕਰ। ਭਾਈ ਮਰਦਾਨੇ ਦੇ ਅੰਦਰ ਮਹਾਰਾਜ ਜੀ ਨੇ ਵੇਖਿਆ ਕੀ ਚੱਲਦਾ ਹੈ। ਭਾਈ ਮਰਦਾਨੇ ਦੇ ਅੰਦਰ ਦੀ ਜਾਣ ਕੇ ਬੋਲੇ ਵਾਕ ਗੰਭੀਰਾ। ਬੜੀ ਗੰਭੀਰ ਆਵਾਜ਼ ਵਿੱਚ, ਜਿਵੇਂ ਬੱਦਲ ਗਰਜਦਾ ਹੋਵੇ, ਏਦਾਂ ਬੜੀ ਡੂੰਘੀ ਤੇ ਗੰਭੀਰ ਆਵਾਜ਼ ਵਿੱਚ ਸਾਹਿਬ ਜੀ ਬੋਲੇ। ਕਹਿ ਬਿਦ ਕੀ ਸੁਧ ਬਦੋ ਆਪਨੀ। ਹਾਂ ਮਰਦਾਨਿਆਂ ਕੀ ਹਾਲ ਹੈ? ਪਾਤਸ਼ਾਹ ਪੁੱਛਦੇ, ਮਰਦਾਨਿਆਂ ਦੱਸ ਕੀ ਸੁਧ ਸਾਰ ਹੈ ਤੇਰੀ? ਬਦਨ ਰਿਓ ਮੁਰਝਾਇਓ। ਬੜਾ ਚਿਹਰਾ ਤੇਰਾ ਪੀਲਾ ਜਿਹਾ ਪਿਆ ਹੋਇਆ। ਮਹਾਰਾਜ ਜੀ ਕਹਿੰਦੇ ਚਿਹਰਾ ਤੇਰਾ ਮੁਰਝਾਇਆ ਹੋਇਆ। ਸੁਨ ਕਰ ਸ਼੍ਰੀ ਨਾਨਕ ਕੇ ਬਚਨਾ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਭਾਈ ਮਰਦਾਨਾ ਜੀ ਨੇ ਸੁਣੇ। ਕਹਿਣ ਲਗੋ ਬਿਕੁਲਾਇਓ। ਵਿਆਕੁਲ ਜੇ ਹੋਏ, ਕਾਲੇ ਬੜੇ ਪਏ ਹੋਏ ਸੀ ਤੇ ਵਿਆਕੁਲ ਜੇ ਹੋਏ ਹੋਏ ਸਨ। ਬੋਲੇ ਛੁਦਾ ਪਿਪਾਸਾ ਤੁਮਰੇ ਨਿਵਰੇ। ਮਹਾਰਾਜ ਤੁਹਾਨੂੰ ਨਾ ਲੱਗੇ ਭੁੱਖ ਤੇ ਨਾ ਲੱਗੇ ਪਿਆਸ। ਤੁਹਾਡੀ ਭੁੱਖ ਤੇ ਪਿਆਸ ਮਹਾਰਾਜ ਜੀ ਚਲੀ ਗਈ ਹੈ। ਤਿਨ ਤੇ ਕਸ਼ਟ ਨ ਕੋ। ਤੁਹਾਨੂੰ ਭੁੱਖ ਪਿਆਸ ਕਰਕੇ ਕੋਈ ਕਸ਼ਟ ਨਹੀਂ। 2 ਦਿਨ ਬੈਠੋ, 2 ਮਹੀਨੇ ਬੈਠੋ, 2 ਸਾਲ ਬੈਠੋ, ਤੁਹਾਨੂੰ ਨਾ ਭੁੱਖ ਲੱਗਣੀ ਆ ਨਾ ਪਿਆਸ ਲੱਗਣੀ ਹੈ। ਕੈਸੇ ਤੁਮ ਕੋ ਆਨ ਬਿਆਪੇ। ਮਹਾਰਾਜ ਇਹ ਭੁੱਖ ਪਿਆਸ ਤੁਹਾਨੂੰ ਕਿਵੇਂ ਆ ਸਕਦੀ ਹੈ? ਇਹ ਭੁੱਖ ਤੇ ਪਿਆਸ ਤੁਹਾਨੂੰ ਕਿਵੇਂ ਵਿਆਪ ਸਕਦੀ ਹੈ? ਰਾਵਰ ਸਿਰਜੇ ਸੋ। ਕਿਉਂਕਿ ਇਹ ਭੁੱਖ ਤੇ ਪਿਆਸ ਤੁਸੀਂ ਬਣਾਈ ਹੈ ਤੇ ਤੁਹਾਡੀ ਬਣਾਈ ਤੁਹਾਨੂੰ ਕਿਵੇਂ ਵਿਆਪੇਗੀ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਮਰਦਾਨਾ ਜੀ ਨਿਸ਼ਚਾ ਫਿਰ ਵੀ ਬੜਾ ਅਡੋਲ ਹੈ। ਮਹਾਰਾਜ ਇਹ ਭੁੱਖ ਪਿਆਸ ਤੁਹਾਡੇ ਨੇੜੇ ਨਹੀਂ ਆਉਂਦੀ, ਆਵੇ ਵੀ ਕਿਵੇਂ? ਬਣਾਈ ਤੁਹਾਡੀ ਹੈ ਤੇ ਤੁਹਾਡੀ ਬਣਾਈ ਭੁੱਖ ਪਿਆਸ ਤੁਹਾਡੇ ਤੇ ਭਲਾ ਕਿਵੇਂ ਹਾਵੀ ਹੋ ਸਕਦੀ ਹੈ? ਹਮਰਾ ਨਰ ਤਨ ਤਿਨ ਬਿਨ ਗੁਜ਼ਰਨੇ। ਮਹਾਰਾਜ ਸਾਡਾ ਆ ਮਨੁੱਖੀ ਸਰੀਰ ਤੇ ਸਾਡਾ ਇਹ ਨਰ ਤਨ ਭੋਜਨ ਬਿਨਾ ਬਤੀਤ ਕਰਨਾ, ਇਹਦੇ ਵਿੱਚ ਰਹਿਣਾ ਔਖਾ ਹੈ। ਅਸਨ ਬਸਨ ਨਿਤ ਚਾਹੋ। ਮਹਾਰਾਜ ਤੁਸੀਂ ਉਹ ਨਿਰੰਕਾਰ, ਤੁਸੀਂ ਉਹ ਪਵਨਹਾਰੀ ਤੇ ਮਹਾਰਾਜ ਜੀ ਮੈਂ ਆ ਮਰਦਾਨਾ, ਮੈਨੂੰ ਹੈ ਭੁੱਖ ਦੀ ਬਿਮਾਰੀ। ਗਰੀਬ ਨਵਾਜ ਸਾਹਿਬ ਮੈਂ ਹੁਣ ਇਹਦੇ ਬਿਨਾ ਕਿਵੇਂ ਰਹਿ ਸਕਦਾ? ਏਦਾਂ ਤੁਹਾਡੇ ਨਾਲ ਰਹਿਣਾ ਔਖਾ ਹੈ। ਭਇਓ ਛੁਦਾਸੋਂ ਅਧਿਕ ਬਿਹਾਲਾ। ਮਹਾਰਾਜ 2 ਦਿਨ ਬੀਤ ਗਏ, ਭੁੱਖ ਨਾਲ ਮੈਂ ਬਿਹਾਲ ਹੋ ਰਿਹਾ। ਜਿੰਦ ਮੇਰੀ ਨਿਕਲ ਰਹੀ ਸੀ, ਮੈਨੂੰ ਇਉਂ ਜਾਪਦਾ ਸੀ ਵੀ ਜਿੰਦ ਹੁਣ ਨਿਕਲੀ ਕਿ ਨਿਕਲੀ।
ਹੁਣ ਨਿਕਲੇ ਪ੍ਰਾਣ ਕੇ ਨਿਕਲੇ। ਕਹਤੇ ਪ੍ਰਭ ਜੀ ਖਾਹੋ, ਮੈਂ ਸੋਚੀ ਜਾਵਾਂ ਕਿੱਥੋਂ ਖਾਵਾਂ। ਜੇ ਤੁਹਾਡੇ ਨਾਲ ਏਦਾਂ ਰਿਹਾ ਮਹਾਰਾਜ ਜੀ, ਮੈਂ ਕਿਵੇਂ ਭੋਜਨ ਛਕਾਂਗਾ। ਤੁਮ ਜੇ ਸੰਗ ਰੱਖਿਓ ਨਿਤ ਚਾਹਤ। ਮਹਾਰਾਜ ਜੀ, ਜੇ ਤੁਸੀਂ ਮੈਨੂੰ ਆਪਣੇ ਨਾਲ ਰੋਜ਼ ਰੱਖਣਾ ਚਾਹੁੰਦੇ ਹੋ, ਦੂਰ ਛੁਦਾ ਕਰ ਮੋਰੀ, ਤੇ ਫਿਰ ਮੇਰੇ ਸਾਹਿਬ ਜੀ ਕਿਰਪਾ ਕਰੋ, ਮੈਨੂੰ ਆਪਣੇ ਵਰਗਾ ਕਰ ਲਓ, ਕਿ ਮੇਰੀ ਵੀ ਭੁੱਖ ਪਿਆਸ ਦੂਰ ਕਰ ਦਿਓ। ਕਿ ਕਥਾ ਆਵੇਗੀ ਜਦੋਂ ਸਾਹਿਬ ਸੁਮੇਰ ਤੇ ਗਏ ਨੇ ਨਾ, ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਚੱਲ ਚੱਲੀਏ ਸੁਮੇਰ ਤੇ। ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਨੂੰ ਥੱਲੇ ਛੱਡ ਦਿਓ, ਤੁਸੀਂ ਜਾਓ ਉੱਥੇ ਲਾਓ ਜਿਹੜਾ ਟਾਈਮ ਲਾਣਾ, ਮੈਂ ਇੱਥੇ 2 ਪ੍ਰਸ਼ਾਦੇ ਛਕ ਲਿਆ ਕਰਾਂਗਾ, 2-4 ਪਿੰਡ ਹੈਣ ਦੇ ਨੇੜੇ, ਵੀ ਮੈਂ ਨਹੀਂ ਜੇ ਨਾਲ ਜਾਣਾ। ਵੀ ਇੱਧਰ ਚਲੋ ਮੈਦਾਨ 'ਚ ਫਿਰਦੇ ਸੀ, ਕੋਈ ਨਾ ਕੋਈ ਪਿੰਡ ਆ ਜਾਂਦਾ ਸੀ 2 ਦਿਨਾਂ ਨੂੰ, 4 ਦਿਨਾਂ ਨੂੰ, 10 ਦਿਨਾਂ ਨੂੰ। ਜਿੱਥੇ ਲੈ ਕੇ ਚੱਲੇ ਉੱਥੇ ਤਾਂ ਕੋਈ ਬੰਦਾ ਤੇ ਬੰਦੇ ਦੀ ਜਾਤ ਨਹੀਂ। ਮਹਾਰਾਜ ਮੈਂ ਤਾਂ ਭੁੱਖਾ ਮਰ ਜਾਵਾਂਗਾ। ਮਹਾਰਾਜ ਜੀ ਕਹਿੰਦੇ, ਨਾ ਮਰਦਾਨਿਆ, ਤੈਨੂੰ ਨਾਲ ਲੈ ਕੇ ਜਾਣਾ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜੇ ਲੈ ਕੇ ਜਾਣਾ ਤੇ ਫਿਰ ਕਿਰਪਾ ਕਰੋ, ਮੈਨੂੰ ਆਪਣੇ ਵਰਗਾ ਕਰ ਲਓ। ਪਾਤਸ਼ਾਹ ਕਹਿੰਦੇ, ਚੰਗਾ ਮਰਦਾਨਿਆ, ਆਓ ਸਾਹਮਣੇ ਇੱਕਦਮ ਖੇਡ ਵਰਤਾਈ, ਆਓ ਵੇਖ ਨਹਿਰ ਵਗਦੀ, ਉਹਦੇ ਚੋਂ ਆ ਕਟੋਰਾ ਲੈ ਤੇ ਜਲ ਦਾ ਛਕ ਲੈ। ਕਹਿੰਦੇ ਜਾ ਕੇ ਉਹ ਜਲ ਦਾ ਕਟੋਰਾ ਭਰਿਆ, ਕੋਈ ਜਲ ਨਹੀਂ, ਖਬਰੇ ਗੁਰੂ ਕਿਰਪਾ ਦੀ ਮਿਹਰ ਦਾ ਅੰਮ੍ਰਿਤ ਹੈ। ਛਕਿਆ, ਛਕਦਿਆਂ ਸਾਰ ਭੁੱਖ ਪਿਆਸ ਮਿਟ ਗਈ। ਸੁਮੇਰ ਪਰਬਤ ਤੇ ਕਿਤਨੀ ਦੇਰ ਤੱਕ ਸਾਹਿਬ ਨਾਲ ਰਹੇ, ਜਿੰਨਾ ਚਿਰ ਰਹੇ ਨਾ ਭੁੱਖ ਵਿਆਪੀ ਤੇ ਨਾ ਪਿਆਸ। ਮਹਾਰਾਜ ਜੀ ਨੂੰ ਹੁਣ ਵੀ ਕਹਿ ਰਿਹਾ ਮਰਦਾਨਾ ਜੀ, ਮਹਾਰਾਜ ਜੇ ਤੁਸੀਂ ਰੱਖਣਾ ਮੈਨੂੰ ਆਪਣੇ ਨਾਲ, ਤਾਂ ਫਿਰ ਕਿਰਪਾ ਕਰੋ, ਮੇਰੀ ਇਹ ਭੁੱਖ ਤੇ ਪਿਆਸ ਦੋਵੇਂ ਮਿਟਾ ਦਿਓ। ਬਾਸੁਰ 3 ਅਸਨ ਬਿਨ ਬੀਤੇ। ਮਹਾਰਾਜ ਅੱਜ ਤੀਜਾ ਦਿਨ ਹੈ, 3 ਦਿਨ ਬੀਤ ਗਏ ਨੇ ਪ੍ਰਸ਼ਾਦਾ ਛਕੇ ਬਿਨਾ। ਬਿਕਲ ਸਰੀਰ ਬਿਨ ਜੋਰੀ, ਬਿਨਾ ਜੋਰ ਤੋਂ ਸਰੀਰ ਵਿਆਕੁਲ ਤੇ ਬੇਬਲ ਹੋ ਰਿਹਾ ਹੈ। ਕਹਿ ਬਿਦ ਹੋਏ ਮੋਏ ਨਿਰਬਾਉ। ਮਹਾਰਾਜ ਕਿਵੇਂ ਤੁਹਾਡੇ ਨਾਲ ਨਿਰਵਾਹ ਹੋਵੇਗਾ ਮੇਰਾ, ਮੈਂ ਕਿਵੇਂ ਤੁਹਾਡੇ ਨਾਲ ਆਪਣਾ ਦਿਨ ਕੱਟਾਂਗਾ। ਅਸਨ ਅਚਨ ਚਿਤ ਚਾਹਾ, ਕਿ ਮੈਂ ਤਾਂ ਰੋਜ਼ ਪ੍ਰਸ਼ਾਦਾ ਮੰਗਣਾ, ਮੈਨੂੰ ਤਾਂ ਰੋਜ਼ ਭੋਜਨ ਚਾਹੀਦਾ। ਇੱਕ ਨਿਰਬਲ ਤਨ ਦੂਸਰ ਪਦ ਸੋ। ਫਿਰ ਤੁਸੀਂ ਕਹਿੰਦੇ ਹੋ ਪੈਦਲ ਟੁਰ ਕੇ ਦੂਰ ਦੂਰ ਤਾਈਂ ਜਾਣਾ, ਇੱਕ ਰੋਟੀ ਨਾ ਹੋਵੇਗੀ, ਦੂਜਾ ਪੈਦਲ ਟੁਰੋਗੇ। ਮਹਾਰਾਜ ਦੋਵੇਂ ਕੰਮ ਹੀ ਔਖੇ, ਪਹਿਲਾਂ ਭੁੱਖ ਬਰਦਾਸ਼ਤ ਕਰਨੀ ਔਖੀ, ਫਿਰ ਪੈਦਲ ਟੁਰਨਾ ਔਖਾ। ਮਹਾਰਾਜ ਕਿਵੇਂ ਚੱਲਾਂਗੇ ਮਹਾਰਾਜ ਜੀ। ਸਦਾ ਪੰਥ ਅਵਗਾਹ, ਰੋਜ਼ ਹੀ ਨਵਾਂ ਪਿੰਡ ਵੇਖਣਾ, ਤੁਸੀਂ ਕਹਿੰਦੇ ਹੋ ਰੋਜ਼ ਹੀ ਨਵੇਂ ਥਾਂ ਜਾਣਾ। ਮਹਾਰਾਜ ਕਿਵੇਂ ਉਹ ਪੈਂਡਾ ਤੈਅ ਕਰਾਂਗਾ ਭੁੱਖ ਨਾਲ। ਦੋਹਰਾ ਸ਼੍ਰੀ ਨਾਨਕ ਆਨਨ ਪਨੇ, ਸੁਨ ਮਰਦਾਨਾ ਕਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਭਾਈ ਮਰਦਾਨੇ ਨੂੰ, ਕਹਿੰਦੇ ਸੁਣ ਭਾਈ ਮਰਦਾਨਿਆ, ਹਮ ਸੰਗ ਐਸੇ ਹੀ ਸਦਾ ਰਹੋ ਆਪ ਪਰਮਾਨ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਸਾਡੇ ਨਾਲ ਤਾਂ ਇਉਂ ਹੀ ਕੱਟਣੀ ਪੈਣੀ। ਇਹ ਸੱਚ ਦਾ ਤੈਨੂੰ ਸ਼ੀਸ਼ਾ ਪਹਿਲਾਂ ਵਿਖਾ ਦਿੱਤਾ, ਵੀ ਕੱਲ ਨੂੰ ਤੂੰ ਆਖੇ ਵੀ ਸਾਨੂੰ ਪਤਾ ਨਹੀਂ ਸੀ। ਮਹਾਰਾਜ ਜੀ ਕਹਿੰਦੇ ਸਾਡੇ ਨਾਲ ਤਾਂ ਇਸੇ ਤਰ੍ਹਾਂ ਹੀ ਕੱਟਣੀ ਪੈਣੀ ਆ ਮਰਦਾਨਿਆਂ। ਹਾਂਜੀ। ਸੋਰਠਾ ਕੈ ਮੁਝ ਛੁਦਾ ਨਸਾਏ, ਕਹਿ ਦੀਜੈ ਮੁਝ ਖਾਨ ਕੋ। ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ ਫਿਰ ਮਹਾਰਾਜ ਏਦਾਂ ਕਰੋ, ਜਾਂ ਮੇਰੀ ਵੀ ਭੁੱਖ ਮਿਟਾ ਦਿਓ, ਤੇ ਜਾਂ ਫਿਰ ਮਹਾਰਾਜ ਜੀ ਮੈਨੂੰ ਰੋਜ਼ ਖਾਣ ਨੂੰ ਦੇ ਦਿਆ ਕਰੋ। ਤੋ ਹੋਵੇ ਨਿਰਬਾਹ ਨਾ ਤੁਰ ਸੰਗ ਨਾ ਪੁੱਜਈ। ਤਾਂ ਤੁਹਾਡੇ ਨਾਲ ਮੇਰਾ ਨਿਰਵਾਹ ਹੋਣਾ, ਨਹੀਂ ਤਾਂ ਮਹਾਰਾਜ ਜੀ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ। ਹਾਂਜੀ। ਦੋਇਆ ਚੰਦ ਦਵਈਆ ਛੰਦ, ਇਹ ਬਾतें ਸਭ ਟਿਗ ਕਰ ਤਾਰਾ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇਹ ਗੱਲਾਂ ਤਾਂ ਸਾਰੀਆਂ ਕਰਤਾਰ ਦੇ ਵੱਸ ਨੇ।
ਇਹ ਤਾਂ ਸਭ ਕਰਤਾਰ ਦੇ ਅਧੀਨ ਹੈ। ਕਰਨ ਕਰਾਵਨ ਜੋ ਉਹੀ ਕਰਨ ਵਾਲਾ ਹੈ ਤੇ ਉਹੀ ਕਰਾਉਣ ਵਾਲਾ ਹੈ। ਹਮਰੇ ਸੰਗ ਜਾਨੀਏ ਅਸਬਿਦ ਸਾਡੇ ਨਾਲ ਤਾਂ ਇਸੇ ਤਰ੍ਹਾਂ ਹੀ ਰਹਿਣਾ ਪੈਣਾ ਹੈ। ਜਸ ਬਨ ਕਾਟੇ ਸੋ ਜਿਹੋ ਜੀ ਬਣੇਗੀ ਉਦਾਂ ਦੀ ਕੱਟਾਂਗੇ। ਕਿਤੇ ਮਿਲ ਗਏ ਦੋ ਪ੍ਰਸ਼ਾਦੇ ਛਕ ਲਵਾਂਗੇ, ਨਾ ਮਿਲੇ ਤਾਂ ਵੀ ਕੱਟਾਂਗੇ। ਇਹ ਤਾਂ ਹੁਣ ਕਰਤਾਰ ਦੇ ਵੱਸ ਹੈ ਮਰਦਾਨਿਆਂ, ਸਾਡੇ ਵੱਸ ਨਹੀਂ ਮੈਂ ਕਹਿ ਸਕਦਾ। ਸਾਡੇ ਨਾਲ ਤਾਂ ਇਉਂ ਹੀ ਹੈ ਜਿਵੇਂ ਆ 2 ਦਿਨ ਤੂੰ ਹੁਣ ਕੱਟੇ, ਤੇ ਤਾਂ ਹੁਣ ਕਰਤਾਰ ਦੀ ਮਰਜ਼ੀ ਹੈ। ਇਸ ਕਰਕੇ ਜਿਵੇਂ ਉਹ ਬਣਾਏਗਾ ਸਾਡੇ ਨਾਲ, ਅਸੀਂ ਉਹਨੂੰ ਕੱਟਾਂਗੇ। ਜਿਵੇਂ ਉਹਦਾ ਹੁਕਮ ਹੋਵੇਗਾ ਉਹਦੇ ਵਿੱਚ ਵਰਤਾਂਗੇ। ਖੁਸ਼ੀ ਹੋਏ ਤੋ ਨਿਕਟ ਰਹੀ ਜੈ। ਮਰਦਾਨਾ ਜੀ, ਜੇ ਤੇਰੇ ਮਨ 'ਚ ਖੁਸ਼ੀ ਹੈ ਤਾਂ ਰਹਿ ਕੋਲ। ਜੇ ਤੂੰ ਇਸ ਗੱਲ ਨੂੰ ਖੁਸ਼ੀ ਮੰਨਣ ਨੂੰ ਤਿਆਰ ਹੈ ਤਾਂ ਰਹਿ ਜਾ, ਨਹੀਂ ਤਾਂ ਜਾਵੋ ਨਿਜ ਧਾਮਾ। ਤੇ ਨਹੀਂ ਤੇ ਫਿਰ ਭਾਈ ਮਰਦਾਨਾ ਜੀ ਜਾਓ, ਪਰਿਵਾਰ ਵਿੱਚ ਆਪਣੇ ਘਰ ਜਾਓ ਤੇ ਬੱਚਿਆਂ ਨੂੰ ਮਿਲੋ। ਸਾਡੇ ਨਾਲ ਰਹਿਣਾ ਤੇ ਇਦਾਂ ਹੀ ਰਹਿਣਾ ਪੈਣਾ। ਜੇ ਖੁਸ਼ੀ ਦੇ ਨਾਲ ਰਹਿਣਾ ਚਾਹੁੰਦੇ ਹੋ ਰਹੋ ਜੀ ਸਦਕੇ, ਜੇ ਨਹੀਂ ਤਾਂ ਫਿਰ ਤੁਸੀਂ ਜਾਓ ਤਾਂ ਵੀ ਸਾਡੀ ਖੁਸ਼ੀ ਹੈ, ਜਾਓਗੇ ਤਾਂ ਵੀ ਖੁਸ਼ੀ ਹੈ। ਮਹਾਰਾਜ ਜੀ ਕਹਿੰਦੇ ਹਾਂਜੀ, ਸੁਨ ਕਰ ਮਰਦਾਨਾ ਉਰ ਭਰਮਿਓ। ਸੁਣ ਕੇ ਭਾਈ ਮਰਦਾਨਾ ਜੀ ਦਾ ਹਿਰਦਾ ਭਰਮ ਚ ਆ ਗਿਆ ਵੀ ਇਹ ਤਾਂ ਔਖਾ ਕੰਮ ਹੈ। ਭਰਮ ਗਿਆ ਇੱਕ ਵਾਰੀ ਹਿਰਦਾ। ਕਰੇ ਯਾਦ ਸੁਤ ਬਾਮਾ। ਘਰ ਵਾਲੀ ਚੇਤੇ ਆ ਗਈ, ਬੱਚੇ ਚੇਤੇ ਆ ਗਏ, ਪਰਿਵਾਰ ਦਾ ਮੋਹ ਜਿਹੜਾ ਭੁੱਲਿਆ ਹੋਇਆ ਸੀ ਪਹਿਲਾਂ ਹੁਣ ਆ ਗਿਆ ਯਾਦ। ਗੁਰੂ ਸਾਹਿਬ ਨੇ ਮਾਇਆ ਵਰਤਾ ਦਿੱਤੀ। ਜੇ ਗੁਰੂ ਮਾਇਆ ਵਰਤਾ ਕੇ ਭਰਮਾ ਦੇਵੇ ਤੇ ਫਿਰ ਸਿੱਖ ਵੀ ਭਰਮ ਜਾਂਦਾ। ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇ ਕੇ ਮਾਰ ਦੇ ਤੇ ਬਚਾਵੇ ਕੌਣ? ਤੇ ਜੇ ਗੁਰੂ ਨੇ ਹੀ ਭਰਮਾਣਾ ਹੋਇਆ ਤੇ ਫਿਰ ਇਹਦੀ ਕੀ ਮਜਾਲ ਨਾ ਭਰਮੇ। ਭਰਮ ਗਏ ਭਾਈ ਮਰਦਾਨਾ ਜੀ ਦਾ ਮਨ ਵੀ ਭਰਮ ਵਿੱਚ ਗਰਸਿਆ ਗਿਆ। ਪੁੱਤ ਧੀਆਂ ਪਰਿਵਾਰ ਚੇਤੇ ਆ ਗਿਆ। ਜਾਉ ਨਿਕੇਤ ਨਿਦੇਸ਼ ਦਿਓ ਪ੍ਰਭ। ਕਹਿਣ ਲੱਗੇ ਮਹਾਰਾਜ ਜੀ ਆਗਿਆ ਦਿਓ ਫਿਰ ਮੈਂ ਘਰ ਜਾਵਾਂ। ਸੁਧ ਤੁਮਰੀ ਸਭ ਦੇਉ। ਮਹਾਰਾਜ ਨਾਲੇ ਪਿਤਾ ਜੀ ਨੇ ਭੇਜਿਆ ਸੀ ਵੀ ਖਬਰ ਲੈ ਕੇ ਆਈ, ਤੇ ਮੈਂ ਤੁਹਾਡੀ ਖਬਰਸਾਰ ਪਿਤਾ ਜੀ ਹੋਣਾ ਨੂੰ ਵੀ ਦੇ ਦਿਆਂਗਾ, ਪਟਵਾਰੀ ਸਾਹਿਬ ਨੂੰ ਵੀ ਜਾ ਕੇ ਦੱਸ ਦਿਆਂਗਾ। ਪਇਓ ਤਿਆਰ ਚਲਨ ਕੋ ਕਰ ਜਬ। ਜਦੋਂ ਭਾਈ ਮਰਦਾਨਾ ਜੀ ਘਰ ਜਾਣ ਨੂੰ ਤਿਆਰ ਹੋਏ, ਬੋਲੇ ਅਲਖ ਅਪੇਉ। ਅਲਖ ਤੇ ਅਪੇਉ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ ਭਾਈ ਮਰਦਾਨੇ ਨੂੰ, ਕਹਿਣ ਲੱਗੇ ਸੁਸਾ ਆਵਾਸ ਰਬਾਬ ਤਰੀਜੈ। ਮਹਾਰਾਜ ਜੀ ਨੇ ਖੇਡ ਵਰਤਾਣੀ ਸੀ, ਵਿਖਾਣਾ ਸੀ ਕਿ ਜਦੋਂ ਭਰਮ ਪੈ ਜਾਏ ਤੇ ਕਿਸੇ ਆਤਮ ਗਿਆਨੀ ਦਾ ਸੰਗ ਮਿਲ ਜਾਏ ਤੇ ਉਹ ਭਰਮ ਦੂਰ ਹੁੰਦਿਆਂ ਦੇਰੀ ਨਹੀਂ ਲੱਗਦੀ। ਜਨਮ ਸਾਖੀ ਦੀਆਂ ਇਹ ਸਾਖੀਆਂ ਭਾਵੇਂ ਪੜ੍ਹਨ ਸੁਣਨ ਵਿੱਚ ਬੜੀਆਂ ਸਰਲ ਜੀਆਂ ਪ੍ਰਤੀਤ ਹੁੰਦੀਆਂ, ਪਰ ਇੱਕ ਇੱਕ ਬਚਨ 'ਚ ਡੂੰਘਾ ਰਹੱਸ ਹੈ। ਗੁਰੂ ਨਾਨਕ ਕੀ ਬਾਤ में बात में बात, ज्यों केले के पात में पात में पात। ਵੇਖੋ ਮਹਾਰਾਜ ਜੀ ਦੀ ਖੇਡ। ਵੇਖਿਆ ਵੀ ਭਰਮ ਪੈ ਗਿਆ, ਪਾਇਆ ਵੀ ਆਪ ਹੀ ਹੈ। ਸਾਡੇ ਵਰਗਿਆਂ ਨੂੰ ਚਾਨਣਾ ਦੇਣਾ ਸੀ, ਨਹੀਂ ਤਾਂ ਮਹਾਂਪੁਰਸ਼ ਭਾਈ ਮਰਦਾਨਾ ਜੀ ਵਰਗਾ ਕੌਣ ਹੈ? ਉਹ ਤਾਂ ਸਾਡੇ ਵਾਸਤੇ ਲੀਲਾ ਕਰ ਰਹੇ। ਕਹਿਣ ਲੱਗੇ ਭਾਈ ਮਰਦਾਨਾ ਜੀ ਚੱਲੇ ਹੋ ਤਾਂ ਇਦਾਂ ਕਰਿਓ ਵੀ ਆਹ ਰਬਾਬ ਲੈ ਜਾਓ ਤੇ ਬੇਬੇ ਜੀ ਦੇ ਘਰ ਰੱਖ ਜੋ ਜਾਂਦਿਆਂ। ਵੇਖੋ ਹੁਣ ਬੇਬੇ ਜੀ ਦੀ ਸੰਗਤ ਕਰਕੇ ਕਿਵੇਂ ਭਰਮ ਦੂਰ ਹੁੰਦਾ ਭਾਈ ਮਰਦਾਨੇ ਦਾ। ਜੇ ਪਿਆ ਭਰਮ ਤੇ ਨੇਕ ਨੀਅਤ ਬੰਦਿਆਂ ਦੀ ਸੰਗਤ ਕਰੀਏ ਤੇ ਭਰਮ ਦੂਰ ਹੁੰਦਿਆਂ ਦੇਰ ਹੀ ਨਹੀਂ ਲੱਗਦੀ। ਸਤਪੁਰਸ਼ਾਂ ਬੇਬੇ ਨਾਨਕੀ ਜੈਸੇ ਮਹਾਂਪੁਰਸ਼ਾਂ ਦੀ ਸੰਗਤ, ਮਹਾਨ ਤਤਵਵੇਤਾ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚੇ ਹੋਏ ਨੇ ਬੇਬੇ ਜੀ। ਉਹਨਾਂ ਦੀ ਸੰਗਤ ਕਰਕੇ ਤਾਂ ਰੰਗ ਲੱਗਣਾ ਹੀ ਸੀ ਨਾ ਦੁਬਾਰਾ ਭਾਈ ਮਰਦਾਨੇ ਨੂੰ। ਮਹਾਰਾਜ ਜੀ ਕਹਿੰਦੇ ਲੈ ਮਰਦਾਨਿਆ, ਰਬਾਬ ਤਾਂ ਸਤਿਗੁਰੂ ਆਪ ਵੀ ਦੇ ਆਉਣੀ ਸੀ। ਮਰਦਾਨੇ ਨੂੰ ਕਹਿੰਦੇ ਮਰਦਾਨਿਆ ਇਦਾਂ ਕਰ ਵੀ ਇਹ ਰਬਾਬ ਲੈ ਜਾ ਤੇ ਬੇਬੇ ਜੀ ਦੇ ਘਰ ਜਾਂਦਿਆਂ ਰੱਖ ਜਾਈ। ਬੋਹਰ ਜਾਓ ਮਰਦਾਨਾ। ਰਬਾਬ ਬੇਬੇ ਜੀ ਨੂੰ ਦੇ ਕੇ ਤੇ ਫਿਰ ਤੂੰ ਚਲਾ ਜਾਈ ਵਾਪਸ ਤਲਵੰਡੀ।
ਕਰੁਣਾ ਨਿਧ ਕੇ ਸੁਨ ਕੈ ਬਚਨਾ। ਕਰੁਣਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਭਾਈ ਮਰਦਾਨਾ ਜੀ ਨੇ ਸੁਣੇ। ਪੁਰ ਮੈਂ ਕੀਓ ਪਿਆਨਾ। ਔਰ ਸੁਲਤਾਨਪੁਰ ਸਾਹਿਬ ਨਗਰ ਵੱਲ ਚੱਲ ਪਏ। ਗਇਓ ਨਿਕੇਤ ਨਾਨਕੀ ਤਬਈ। ਬੇਬੇ ਨਾਨਕੀ ਜੀ ਦੇ ਘਰ ਚੱਲ ਕੇ ਗਏ। ਪੀਸ ਸ਼ੰਕਾ ਜਬ ਦੇਖਾ। ਪੀਸ ਸ਼ੰਕ ਜਬ ਦੇਖਾ। ਬੇਬੇ ਜੀ ਨੇ ਜਦੋਂ ਵੇਖਿਆ ਵੀ ਮਰਦਾਨੇ ਦਾ ਚਿਹਰਾ ਮੋਹਰਾ ਅੱਜ ਹੋਰ ਤਰ੍ਹਾਂ ਦਾ, ਤੇ ਮਨ 'ਚ ਬੇਬੇ ਨਾਨਕੀ ਦੇ ਵੀ ਖਟਕੀ ਵੀ ਕੋਈ ਨਾ ਕੋਈ ਗੱਲ ਹੈ। ਚਿਹਰੇ ਤੋਂ ਪੜ੍ਹ ਲਿਆ ਬੇਬੇ ਜੀ ਨੇ। ਹਾਂਜੀ। ਸੁੰਦਰ ਪੀੜਾ ਦੀਨ ਵਿਛਾਈ। ਬੇਬੇ ਜੀ ਨੇ ਝੱਟ ਸੋਹਣਾ ਜਿਹਾ ਪੀੜਾ ਵਿਛਾਇਆ। ਆਦਰ ਕੀਨ ਵਿਸ਼ੇਖਾ। ਬੇਬੇ ਨਾਨਕੀ ਨੇ ਬੜਾ ਆਦਰ ਕੀਤਾ, ਭਾਈ ਮਰਦਾਨੇ ਦਾ ਸਤਿਕਾਰ ਕੀਤਾ। ਬਹੁਤ ਦਿਵਸ ਮੈਂ ਹਮ ਘਰ ਆਇਓ। ਮਰਦਾਨਿਆਂ ਬੜੇ ਦਿਨਾਂ ਬਾਅਦ ਘਰ ਆਇਆ। 11 ਦਿਨ ਹੋ ਗਏ ਨੇ। 9 ਦਿਨ ਤਾਂ ਉਧਰ ਰਬਾਬ ਨੂੰ ਹੋ ਗਏ, 2 ਦਿਨ ਸਮਾਧੀ ਲੱਗੀ ਸਾਹਿਬ ਦੀ। 11 ਦਿਨਾਂ ਬਾਅਦ ਅੱਜ ਮਰਦਾਨਿਆਂ ਤੂੰ ਵਾਪਸ ਆਇਆ। ਕਹਾਂ ਰਹੇ ਮਰਦਾਨਾ। ਮਰਦਾਨਿਆਂ ਕਿੱਥੇ ਰਹਿ ਗਿਆ ਸੀ, ਕਿੱਥੇ ਚਲਾ ਗਿਆ ਸੀ ਤੂੰ? ਚਿਹਰਾ ਤੇਰਾ ਪੀਲਾ ਪਿਆ ਹੋਇਆ, ਕੀ ਗੱਲ ਹੈ? ਏਦਾਂ ਬੇਬੇ ਨਾਨਕੀ ਜੀ ਪੁੱਛਦੇ। ਇਹ ਰਬਾਬ ਕੀ ਕੀਮਤ ਕਿਤਨੀ। ਇਹ ਰਬਾਬ ਲੈ ਬੜਾ ਵਧੀਆ ਕੀਤਾ, ਤੇ ਇਹ ਰਬਾਬ ਦੀ ਕਿੰਨੇ ਕੀਮਤ ਲੱਗੀ ਆ? ਜਿੰਨੇ ਪੈਸੇ ਦਿੱਤੇ ਸੀ ਉਹਦੇ 'ਚ ਸਰ ਗਿਆ ਸੀ ਜਾਂ ਹੋਰ ਪਾਉਣੇ ਪਏ ਆ? ਏਦਾਂ ਬੇਬੇ ਜੀ ਪੁੱਛਦੇ। ਜੋ ਅਤ ਸੁੰਦਰ ਆਨਾ। ਰਬਾਬ ਤਾਂ ਬੜੀ ਸੋਹਣੀ ਲੈ ਆਇਆ ਮਰਦਾਨਿਆ, ਬੜੀ ਸੁੰਦਰ ਰਬਾਬ ਹੈ। ਭਰਾਤਾ ਕੌਣ ਥਾਨ ਅਬ ਬੈਸੇ। ਤੇ ਭਰਾ ਜੀ ਕਿੱਥੇ ਬੈਠੇ ਨੇ ਇਸ ਵੇਲੇ? ਉਹਨਾਂ ਨੂੰ ਮਿਲਿਆ ਕਿ ਨਹੀਂ ਜਾ ਕੇ? ਰਬਾਬ ਉਹਨਾਂ ਨੂੰ ਵਿਖਾਈ ਆ? ਏਦਾਂ ਪੁੱਛਦੇ ਬੇਬੇ ਜੀ। ਕਮਲ ਬਦਨ ਗਤ ਦੇਨਾ। ਮੁਕਤੀ ਦਾ ਤੇ ਕਮਲ ਬਦਨ ਸਤਿਗੁਰੂ ਜੀ ਕਿੱਥੇ ਨੇ ਇਸ ਵੇਲੇ? ਉਹ ਕਿੱਥੇ ਬੈਠੇ ਨੇ? ਸੁਣ ਕੇ ਅੱਗੋਂ ਭਾਈ ਮਰਦਾਨਾ ਜੀ ਦੱਸ ਰਹੇ ਆ ਉਹ ਕਥਾ। ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, 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 ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ,